ਸਤਿ ਸ਼੍ਰੀ ਅਕਾਲ, ਨਮਸਕਾਰ। ਇੰਡੀਆ ਨਿਊਜ਼ ਪੰਜਾਬ ਦੇਖ ਰਹੇ ਹੋ ਤੁਸੀਂ ਤੇ ਮੈਂ ਬਲਦੀਪ ਸਿੰਘ ਲੈ ਕੇ ਹਾਜ਼ਰ ਹਾਂ ਪੰਜਾਬ ਡਿਬੇਟ। ਸੋ ਗੱਲਬਾਤ ਕਰਾਂਗੇ ਅੱਜ ਜੋ ਭਾਜਪਾ ਦੇ ਕੌਮੀ ਪ੍ਰਧਾਨ ਜੇਪੀ ਨੱਡਾ ਦੇ ਵੱਲੋਂ ਅੱਜ ਬਿਆਨ ਦਿੱਤਾ ਗਿਆ, ਖਾਸ ਤੌਰ ਤੇ ਪੰਜਾਬ ਦੀਆਂ ਚੋਣਾਂ ਨੂੰ ਲੈ ਕੇ ਜਿਹੜਾ ਬਿਆਨ ਦਿੱਤਾ ਗਿਆ ਉਸ ਦੀ ਗੱਲਬਾਤ ਕਰਾਂਗੇ। ਅੱਜ ਭਾਜਪਾ ਦੇ ਵੱਲੋਂ ਜਿਹੜਾ ਫਾਈਨਲ ਫਾਰਮੂਲਾ ਪੰਜਾਬ ਦੇ ਲਈ ਉਹ ਦੇ ਦਿੱਤਾ ਗਿਆ ਹੈ। ਜੀ ਹਾਂ, ਗੱਠਜੋੜ ਦੇ ਵਿੱਚ ਭਾਜਪਾ ਚੋਣ ਲੜਨ ਜਾ ਰਹੀ ਹੈ ਔਰ ਪੰਜਾਬ ਲੋਕ ਕਾਂਗਰਸ ਤੇ ਸੰਯੁਕਤ ਅਕਾਲੀ ਦਲ ਦੇ ਨਾਲ ਪੰਜਾਬ ਦੇ ਵਿੱਚ ਚੋਣਾਂ ਲੜਨ ਜਾ ਰਹੀ ਹੈ ਭਾਜਪਾ। ਉਸ ਨੂੰ ਲੈ ਕੇ ਅੱਜ ਭਾਜਪਾ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ। ਜੇਪੀ ਨੱਡਾ ਮੌਜੂਦ ਰਹੇ, ਕੈਪਟਨ ਅਮਰਿੰਦਰ ਸਿੰਘ ਮੌਜੂਦ ਰਹੇ ਔਰ ਇਸ ਦੇ ਨਾਲ ਹੀ ਸੁਖਦੇਵ ਸਿੰਘ ਢੀਂਡਸਾ ਨੇ ਜਿਹੜੇ ਉਹ ਮੌਜੂਦ ਰਹੇ, ਗਜਿੰਦਰ ਸਿੰਘ ਸ਼ੇਖਾਵਤ ਮੌਜੂਦ ਰਹੇ ਔਰ ਜੋ ਫਾਰਮੂਲਾ ਤਿਆਰ ਕੀਤਾ ਗਿਆ ਉਸ ਦੇ ਤਹਿਤ ਅੱਜ ਜੋ 65 ਸੀਟਾਂ ਦੇ ਉੱਪਰ ਭਾਜਪਾ ਚੋਣ ਲੜਨ ਜਾ ਰਹੀ ਹੈ ਪੰਜਾਬ ਦੇ ਵਿੱਚ, ਜਦੋਂ ਕਿ ਜੋ 37 ਸੀਟਾਂ ਦੇ ਉੱਪਰ ਪੰਜਾਬ ਲੋਕ ਕਾਂਗਰਸ ਜੋ ਕਿ ਕੈਪਟਨ ਅਮਰਿੰਦਰ ਸਿੰਘ ਦੀ ਪਾਰਟੀ ਹੈ ਉਹ ਚੋਣਾਂ ਲੜਨ ਜਾ ਰਹੀ ਹੈ ਔਰ 15 ਸੀਟਾਂ ਜਿਹੜੀਆਂ ਉਹ ਸੰਯੁਕਤ ਅਕਾਲੀ ਦਲ ਦੇ ਹਿੱਸੇ ਆਈਆਂ ਨੇ ਜੋ ਕਿ ਸੁਖਦੇਵ ਸਿੰਘ ਢੀਂਡਸਾ ਦੀ ਪਾਰਟੀ ਹੈ। ਔਰ ਇਸੇ ਦੌਰਾਨ ਜਦੋਂ ਸੀਟਾਂ ਦੀ ਵੰਡ ਦੀ ਗੱਲ ਹੋ ਰਹੀ ਸੀ ਤਾਂ ਉਸ ਵੇਲੇ ਜਗਤ ਪ੍ਰਕਾਸ਼ ਨੱਡਾ, ਜੇਪੀ ਨੱਡਾ ਜੋ ਕਿ ਭਾਜਪਾ ਦੇ ਕੌਮੀ ਪ੍ਰਧਾਨ ਨੇ, ਉਹਨਾਂ ਦੇ ਵੱਲੋਂ ਪੰਜਾਬ ਨੂੰ ਲੈ ਕੇ ਬਿਆਨ ਦਿੱਤਾ ਗਿਆ। ਉਹਨਾਂ ਨੇ ਕਿਹਾ ਕਿ ਪੰਜਾਬ ਨੂੰ ਸੁਰੱਖਿਅਤ ਤੇ ਸਟੇਬਲ ਸਰਕਾਰ ਦੀ ਲੋੜ ਹੈ, ਸਥਿਰ ਸਰਕਾਰ ਦੀ ਲੋੜ ਹੈ। ਪੰਜਾਬ ਦੀ ਸੁਰੱਖਿਆ ਦਾ ਮੁੱਦਾ ਬਹੁਤ ਵੱਡਾ ਹੈ। ਪੰਜਾਬ ਸੁਰੱਖਿਅਤ ਹੋਵੇਗਾ ਤਾਂ ਪੂਰਾ ਦੇਸ਼ ਸੁਰੱਖਿਅਤ ਹੋਵੇਗਾ। ਇਹ ਚੀਜ਼ ਦੀ ਗੱਲ ਕਹਿੰਦੇ ਹੋਏ ਨਜ਼ਰ ਆਏ ਨੇ ਔਰ ਇਹੀ ਗੱਲ ਕੈਪਟਨ ਅਮਰਿੰਦਰ ਸਿੰਘ ਜਿਸ ਵੇਲੇ ਤੋਂ ਕਾਂਗਰਸ ਨੂੰ ਅਲਵਿਦਾ ਕਹਿੰਦੇ ਨੇ ਉਸ ਵੇਲੇ ਤੋਂ ਇਹੀ ਗੱਲ ਕਹਿੰਦੇ ਆਏ ਨੇ ਕਿ ਪੰਜਾਬ ਨੂੰ ਖਤਰਾ ਹੈ, ਪੰਜਾਬ ਨੂੰ ਡਰੋਨਸ ਤੋਂ ਖਤਰਾ ਹੈ, ਪੰਜਾਬ ਦੀ ਸੁਰੱਖਿਆ ਨੂੰ ਖਤਰਾ ਹੈ। ਸੋ ਇਸ ਸਾਰੇ ਗੱਲਬਾਤ ਦੇ ਉੱਤੇ ਆਪਾਂ ਚਰਚਾ ਕਰਾਂਗੇ ਪੰਜਾਬ ਡਿਬੇਟ ਦੇ ਵਿੱਚ ਕਿ ਚੋਣਾਂ ਲਾਗੇ ਹੀ ਅਸੁਰੱਖਿਅਤ ਕਿਉਂ ਲੱਗ ਰਿਹਾ ਪੰਜਾਬ ਭਾਜਪਾ ਨੂੰ ਜਾਂ ਕੇਂਦਰ ਦੀ ਲੀਡਰਸ਼ਿਪ ਨੂੰ ਜਾਂ ਕੇਂਦਰ ਦੀ ਸਰਕਾਰ ਨੂੰ। ਆਖਰ ਚੋਣਾਂ ਲਾਗੇ ਹੀ ਪੰਜਾਬ ਦੀ ਸੁਰੱਖਿਆ ਖਤਰੇ ਦੇ ਵਿੱਚ ਕਿਉਂ ਲੱਗ ਰਹੀ ਹੈ? ਕੀ ਪੰਜਾਬ ਪੀਐਮ ਮੋਦੀ ਦੀ ਪੰਜਾਬ ਫੇਰੀ ਨਾਲ ਇਹਦਾ ਕੋਈ ਕਨੈਕਸ਼ਨ ਹੈ? ਉਸ ਦੇ ਨਾਲ ਵੀ ਇਸ ਨੂੰ ਜੋੜ ਕੇ ਦੇਖਿਆ ਜਾ ਸਕਦਾ ਹੈ। ਸੋ ਇਸ तमाम ਚੀਜ਼ਾਂ ਦੇ ਉੱਪਰ ਚਰਚਾ ਕਰਾਂਗੇ ਔਰ ਚਰਚਾ ਕਰਾਂਗੇ ਕਿ ਕੀ ਇਹ ਸੁਰੱਖਿਆ ਦੇ ਮੁੱਦੇ ਦੇ ਆੜ ਦੇ ਵਿੱਚ ਜੋ ਵਿਕਾਸ ਦੇ ਮੁੱਦੇ ਨੇ, ਜੋ ਹੋਰ ਇਕਨੋਮਿਕ ਮੁੱਦੇ ਨੇ ਜਾਂ ਖੇਤੀਬਾੜੀ ਦੇ ਮਸਲੇ ਨੇ, ਕੀ ਉਹਨਾਂ ਨੂੰ ਪਿੱਛੇ ਰੱਖਿਆ ਜਾ ਰਿਹਾ? ਕੀ ਪੋਲਰਾਈਜੇਸ਼ਨ ਕਰਨ ਦੀ ਕੋਸ਼ਿਸ਼ ਹੋ ਰਹੀ ਹੈ? ਇਸ तमाम ਪਹਿਲੂਆਂ ਦੇ ਉੱਪਰ ਗੱਲਬਾਤ ਕਰਾਂਗੇ। ਪਹਿਲਾਂ ਤੁਹਾਨੂੰ ਸੁਣਾ ਦਿੰਦੇ ਆ ਕਿ ਜੇਪੀ ਨੱਡਾ ਭਾਜਪਾ ਦੇ ਕੌਮੀ ਪ੍ਰਧਾਨ ਉਹਨਾਂ ਨੇ ਕੀ ਕੁਝ ਕਿਹਾ ਆਪਣੀ ਤਕਰੀਰ ਦੇ ਵਿੱਚ। हमारे लिए पंजाब स्टेट एक बॉर्डर स्टेट है और बॉर्डर स्टेट के साथ साथ यह देश की सुरक्षा से जुड़ा हुआ प्रदेश है और देश के महत्वपूर्ण सुरक्षा के विषय के लिए पंजाब का स्टेबल रहना और मजबूत सरकार बनना यह देश की आवश्यकता है, यह प्रदेश की आवश्यकता है। लगभग 600 किलोमीटर का बॉर्डर हमारा पाकिस्तान के साथ लगता है। राइट फ्रॉम पठानकोट टू फाजिल्का 600 लॉन्ग किलोमीटर्स का बॉर्डर हमारा पंजाब का पाकिस्तान के साथ लगता है और हमें मालूम है कि पाकिस्तान की हरकतें वेस्ट से हमारे देश के लिए किस तरीके के रहे हैं वो भी हम सबको मालूम है। कैप्टन साहब ने इसका जिक्र भी किया है कई बार और भारतीय जनता पार्टी तो राष्ट्रीयता के विषय को लेकर के हमेशा आगे बढ़ती रही है। तो हम लोगों ने वहाँ पर जो देखा है, एक तो ड्रग्स की स्मगलिंग, आर्म्स की स्मगलिंग, एम्यूनिशंस की स्मगलिंग और सोफिस्टिकेटेड वेपन्स को स्मगल करने का काम तो पाकिस्तान की ओर से हमेशा यहाँ भेजने का काम, इस तरीके का प्रयास, कुत्सित प्रयास चलता रहता है। साथ ही साथ ड्रोन्स के मदद से यहाँ ड्रग्स, एम्यूनिशन इसको भी पहुँचाने की कोशिश, एक कुत्सित प्रयास चलती रहती है। इसलिए सिक्योरिटी इज अ वेरी इंपॉर्टेंट इशू एज फार एज पंजाब इलेक्शन इज कंसर्न। जहां तक इलेक्शन का सवाल है, दिस एनडीए अलायंस डज नॉट ओनली सी एज ए चेंज ऑफ रिजीम, यह सिर्फ सत्ता परिवर्तन का ही माध्यम हम नहीं मान रहे हैं इसको। यह कोई सरकार बदलना ही इसका उद्देश्य नहीं है। यह चुनाव
आने वाली पीढ़ियों को सुरक्षित करने के लिए और पंजाब को स्टेबिलिटी देने का चुनाव है। और भारत, ये अलायंस जो हमारी है, वो उसको उसी तरीके से देख रही है। अगर पंजाब स्टेबल होता है तो और सेफ होता है तो देश सुरक्षित रहता है। ਸੋ ਸੁਣਿਆ ਤੁਸੀਂ ਜਗਤ ਪ੍ਰਕਾਸ਼ ਨੱਡਾ ਉਹਨਾਂ ਨੂੰ, ਔਰ ਗੱਲ ਕਰ ਰਹੇ ਨੇ ਕਿ ਪੰਜਾਬ ਦੀ ਸੁਰੱਖਿਆ ਜਿਹੜੀ ਹੈ ਉਸ ਨੂੰ ਯਕੀਨੀ ਬਣਾਇਆ ਜਾਵੇ। ਪੰਜਾਬ ਨੂੰ ਸਥਿਰ ਸਰਕਾਰ ਚਾਹੀਦੀ ਹੈ, ਸੁਰੱਖਿਅਤ ਹੋਣਾ ਚਾਹੀਦਾ ਹੈ, ਤਾਂ ਹੀ ਦੇਸ਼ ਸੁਰੱਖਿਅਤ ਹੋਏਗਾ। ਸੋ ਇਸ ਤਮਾਮ ਮਸਲੇ ਦੇ ਉੱਪਰ ਗੱਲਬਾਤ ਕਰਾਂਗੇ। ਆਮ ਆਦਮੀ ਪਾਰਟੀ ਤੋਂ ਰਵਿੰਦਰ ਸਿੰਘ, ਐਡਵੋਕੇਟ ਰਵਿੰਦਰ ਸਿੰਘ ਜੁੜ ਚੁੱਕੇ ਨੇ, ਬੀਜੇਪੀ ਤੋਂ ਕਮਲ ਸੋਈ, ਸ਼੍ਰੋਮਣੀ ਅਕਾਲੀ ਦਲ ਤੋਂ ਕ੍ਰਿਸ਼ਨਪਾਲ ਸ਼ਰਮਾ, ਪੰਜਾਬ ਲੋਕ ਕਾਂਗਰਸ ਤੋਂ ਜਗਮੋਹਨ ਪਟਿਆਲਾ ਔਰ ਕਾਂਗਰਸ ਤੋਂ ਗੌਰਵ ਸੰਧੂ ਸਾਡੇ ਨਾਲ ਜੁੜ ਚੁੱਕੇ ਨੇ। ਸ਼ੁਰੂਆਤ मैं करांगा बीजेपी के जो बुलारे ने कमल सोई। तमाम मेहमानों का बहुत बहुत स्वागत है। सोई साहब, जिस तरीके नाल जेपी नड्डा ने बयान दिता है अज जो सीटां की अनाउंसमेंट की है, सीट फार्मूला उन्होंने पेश किया है, की मायने ने इस बयान के जेपी नड्डा उन्होंने? नड्डा जी का आज सैल्फ एविडेंट है ते कहते ना प्रत्यक्ष को प्रमाण की आवश्यकता नहीं होती। किन्ने महीनों तो पंजाब एक असुरक्षित स्टेट बनया हुआ है, चाहे वो प्रधानमंत्री साहब की फेरी होवे, चाहे लुधियाने कोर्ट दे विच बॉम्ब ब्लास्ट होवे, चाहे टिफन बंब आंदे होन, चाहे वैपन्स दी पकड़े गए होन, चाहे साडे गुरु धामां दी बेअदबी होवे। देखो आ सारियां गल्लां इशारा करदियां ने कि पंजाब जिहड़ा हैगा इस वक्त गलत हत्थां दे विचों गुजर रहा सीगा पिछले 4.5 पौने 5 साल। ते जिहड़ी पंजाब दे विच लोकां दे विच असुरक्षित दी भावना जिहड़ी है वो फैली हुई सीगी। कई सारे पोलिटिकल बुलारे भी कह रहे सीगे एंड ऑफिशियली आल्सो इट इज अ फैक्ट कि पंजाब च नारको टैररिज्म दा इस समय राज चल रहा है। जिहड़ा की जिहड़ा कनैक्शन है इनू तोड़ना बहुत ही ज़्यादा जरूरी है। पंजाब मैं पहला भी कहा सीगा, जो एक स्टेट मशीनरी जिहड़ी है या पोलिटिकल लीडरशिप है वो प्रधानमंत्री नू नहीं सुरक्षित पैसेज दे सकती, तो दैट इटसेल्फ शोज कि पंजाब च ना हिंदू सुरक्षित है, ना सिख सुरक्षित है, ना मुसलमान सुरक्षित है, ना ईसाई सुरक्षित है। एक जिहड़ी रीसेंट गल हुई है, पंजाब कांग्रेस के प्रधान दे जिहड़े सियासी सलाहकार ने उन्होंने एक स्टेटमेंट दी है कि एक पर्टिकुलर कम्यूनिटी नूं ना लैके कि जे इधर करनगे तो मैनू देख लियो, मैं किसी प्रशासन की जां इदा पैराफर्नीलिया की परवाह नहीं करता, इत्थे किन्ने ढेर लग जाएंगे। इसका मतलब की होया कि पंजाब च कानून का राज इस वक्त नहीं चल रहा। जिहड़ी स्टेट च 4 DGP बदले जान, जिहड़ी स्टेट च मुख्यमंत्री कुछ कहता होवे ते जिहड़ी स्टेट का रूलिंग पार्टी का प्रधान कुछ होर कहता होवे, वो स्टेट जिहड़ी हुंदियां ने वो स्टेटां दे विच इहो जी अराजकता जिहड़ी है वो फैली हुई है। ते पंजाब, मैं तुहाडे चैनल ते फिर कहना चाहुंदा, पंजाब पंजाबियों वास्ते सुरक्षित नहीं है। पंजाबियत पंजाब की असमत जिहड़ी है इस वक्त असुरक्षित हैगी है। अच्छा सोई साहब, मेरा सवाल ये है, ठीक है तुसी जिक्र किया तमाम चीज़ों का, कि जो नैशनल सिक्योरिटी का मसला है वो केंद्री सेंट्रल लीडरशिप दे नाल एसोसीएटेड नहीं हुंदा, जो नैशनल सिक्योरिटी का, इस नूं इदां ना देखा जाए कि इस मसले नूं पंजाब दे विच चोण मसला बनाया जा रहा है? तुहाडा बड़ा अच्छा क्वेश्चन है। जो पंजाब सरकार की मीटिंग तो बाद मुख्यमंत्री पंजाब की होम मिनिस्टर साहब के नाल BSF का दायरा जिहड़ा सीगा वो 50 किलोमीटर वधाया गया सी, ते सारियां पंजाब की पोलिटिकल पार्टीज ते पंजाब की रूलिंग जिहड़ी पोलिटिकल पार्टी कांग्रेस है आ सुप्रीम कोर्ट चली गई सी कि पंजाब का जिहड़ा दायरा हैगा आ ना वधाया जावे BSF का। देखो पंजाब हमेशा ही सेंसिटिव स्टेट रही है, ਇਹਦੇ ਚ कोई डाउट नहीं है कि पाकिस्तान अपनियां कोजियां चालां पंजाब दे विच चलण दी कोशिश करदा है। नहीं सोई साहब, मेरा सवाल है, सोई साहब माफ करना रोक रहा, मेरा सवाल ये सी, सोई साहब मेरा सवाल ये सी कि की इस मसले नूं एक सूबे दी चोण दे नाल जोड़िया जा रहा है, इलैक्शन कैंपेन दे विच जोड़िया जा रहा है, जदों कि नैशनल सिक्योरिटी दा मसला है जो कि सेंट्रल लीडरशिप दे अंडर आउंदा है। जो जिहड़े मसले भी स्टेट दे विच
ਇੰਪੋਰਟੈਂਸ ਦੇ ਹੁੰਦੇ ਨੇ, ਚਾਹੇ ਉਹ ਨੈਸ਼ਨਲ ਇੰਪੋਰਟੈਂਸ ਦੇ ਹੋਣ ਚਾਹੇ ਸਟੇਟ ਇੰਪੋਰਟੈਂਸ ਦੇ ਹੋਣ, ਜੇ ਉਹ ਸਟੇਟ ਗਵਰਨਮੈਂਟ ਉਹਦੇ ਚ ਫੇਲ ਹੁੰਦੀ ਹੈ, ਸਟੇਟ ਗਵਰਨਮੈਂਟ ਦੀ ਐਡਮਿਨਿਸਟ੍ਰੇਸ਼ਨ ਜੇ ਲਾ ਐਂਡ ਆਰਡਰ ਜਾਂ ਪੋਲੀਟੀਕਲ ਵਿਲ, ਜਿਹੜੀ ਪੋਲੀਟੀਕਲ ਵਿਲ ਆ ਬਹੁਤ ਜ਼ਿਆਦਾ ਜ਼ਰੂਰੀ ਹੈ, ਜੇ ਉਹ ਫੇਲ ਹੁੰਦੀ ਹੈ ਤੇ ਦੈਟ ਇਟਸੈਲਫ ਇਜ਼ ਅ ਮੈਟਰ ਆਫ ਕੰਸਰਨ। ਤਾਂ ਨੈਚੁਰਲੀ ਹੈ ਕੋਈ ਵੀ ਇਦਾਂ ਦਾ ਮੁੱਦਾ ਹੋਏਗਾ, ਜੇ ਡਰੱਗਸ ਦਾ ਮੁੱਦਾ ਸੀਗਾ ਪਿਛਲੇ ਇਲੈਕਸ਼ਨ ਚ, ਬੇਅਦਬੀਆਂ ਦਾ ਮਸਲਾ ਸੀਗਾ ਪਿਛਲੇ ਇਲੈਕਸ਼ਨ ਚ, ਤੇ ਇਸ ਵਕਤ ਜਿਹੜਾ ਸਿਕਿਉਰਿਟੀ ਦਾ ਮੁੱਦਾ ਹੈ, ਜਿਹੜੀ ਅਸੁਰੱਖਿਅਤ ਭਾਵਨਾ ਜਿਹੜੀ ਕਮਿਊਨਿਟੀਜ਼ 'ਚ ਫੈਲੀ ਹੋਈ ਹੈ, ਉਹ ਬਹੁਤ ਵੱਡਾ ਮੁੱਦਾ ਹੈਗਾ। ਐਂਡ ਸ਼ੋਰਲੀ ਪੰਜਾਬ ਦੀ ਜਿਹੜੀ ਪੋਲੀਟੀਕਲ ਮਾਸਸ ਹੈਗੀਆਂ ਨੇ ਉਹ ਕੰਸਰਨ ਨੇ, ਪੰਜਾਬ ਦੇ ਲੋਕੀ ਕੰਸਰਨ ਨੇ। ਜਿਹੜਾ ਮੁੱਦਾ ਵੀ ਪੰਜਾਬ ਦੇ ਲੋਕਾਂ ਦੇ ਨਾਲ ਕੰਸਰਨਡ ਹੋਏਗਾ ਉਹ ਮੁੱਦਾ ਇਲੈਕਸ਼ਨ ਦੇ ਵਿੱਚ ਹੋਣਾ ਹੀ ਹੈ। ਲੇਕਿਨ ਹਿੰਦੁਸਤਾਨ ਦੀ ਸਰਕਾਰ ਬਿਲਕੁਲ ਸਤਰਕ ਹੈਗੀ ਹੈ। ਉਹ ਸਾਰੀਆਂ ਇਦਾਂ ਦੇ ਅਸੀਂ ਕੰਸਰਨ ਜਿਹੜੇ ਹੈ, ਕੋਈ ਵੀ ਤਾਕਤਾਂ ਹੋਣ ਚਾਹੇ ਵਿਦੇਸ਼ੀ ਤਾਕਤਾਂ ਹੋਣ, ਉਹਨਾਂ ਦੇ ਮਨਸੂਬੇ ਜਿਹੜੇ ਆ ਕਾਮਯਾਬ ਨਹੀਂ ਹੋਣ ਦਿੱਤੇ ਜਾਣਗੇ ਤੇ ਨਾਰਕੋ ਟੈਰਰਿਜ਼ਮ ਨੂੰ ਪੰਜਾਬ ਤੋਂ ਖਤਮ ਕੀਤਾ ਜਾਏਗਾ। ਪੰਜਾਬ 'ਚ ਬੀਜੇਪੀ ਦੀ ਸਰਕਾਰ ਆਏਗੀ, ਸਟੇਟ ਨਾਲ ਮਿਲ ਕੇ ਡਬਲ ਇੰਜਨ ਦੀ ਸਰਕਾਰ ਆ ਸਾਰੇ ਮਸਲਿਆਂ ਦਾ ਹੱਲ ਕਰੇਗੀ। ਚਲੋ ਠੀਕ ਹੈ ਸੋਈ ਸਾਹਿਬ, ਕਾਂਗਰਸ ਦੇ ਬੁਲਾ ਰਹੇ ਨੇ ਗੌਰਵ ਸੰਧੂ ਜੀ। ਸੰਧੂ ਜੀ, ਜਿਵੇਂ ਤੁਸੀਂ ਸੁਣਿਆ ਕਿ ਸੋਈ ਸਾਹਿਬ ਜ਼ਿਕਰ ਕਰ ਰਹੇ ਨੇ, ਤਾਂ ਤੁਸੀਂ ਬਾਈਟ ਵੀ ਸੁਣੀ ਜੋ ਜਗਤ ਪ੍ਰਕਾਸ਼ ਨੱਡਾ ਉਹਨਾਂ ਦੀ ਬਾਈਟ ਸੀਗੀ ਔਰ ਨੈਸ਼ਨਲ ਸਿਕਿਉਰਿਟੀ ਦਾ ਮਸਲੇ ਦੀ ਗੱਲ ਕਰ ਰਹੇ ਨੇ। ਸੋਈ ਸਾਹਿਬ ਕਹਿ ਰਹੇ ਨੇ ਕਿ 4.5 ਸਾਲ ਦੇ ਵਿੱਚ ਪਿਛਲੇ ਦੇ ਵਿੱਚ ਸੁਰੱਖਿਆ ਨੂੰ ਖਤਰਾ ਪੈਦਾ ਹੋਇਆ। ਸਹਿਮਤ ਹੋ ਇਸ ਗੱਲ ਦੇ ਨਾਲ? ਦੂਜਾ, ਪੰਜਾਬ ਜੋ ਪ੍ਰਧਾਨ ਮੰਤਰੀ ਮੋਦੀ ਦੀ ਪੰਜਾਬ ਫੇਰੀ ਦਾ ਵੀ ਜ਼ਿਕਰ ਹੋ ਰਿਹਾ, ਕੀ ਉਸ ਦੇ ਨਾਲ ਕੋਈ ਕਨੈਕਸ਼ਨ ਹੈ? ਦੇਖੋ ਬਲਦੀਪ ਜੀ, ਆਪਾਂ ਬੜੀ ਬਦਕਿਸਮਤੀ ਸਮਝ ਸਕਦੇ ਹਾਂ, ਦੇਸ਼ ਦੀ ਵੀ ਤੇ ਪੰਜਾਬ ਦੀ ਵੀ। ਇੱਕ ਬੜੇ ਸੁਲਝੇ ਹੋਏ ਸੁਹਿਰਦ ਸੱਜਣ ਆਪਣੇ ਬੀਜੇਪੀ ਦੇ, ਉਹ ਇਹਨਾਂ ਜਿਹੜੀਆਂ ਲੋਕ ਭੜਕਾਊ ਤਾਕਤਾਂ ਨੇ ਜਾਂ ਦੇਸ਼ ਵਿਰੋਧੀ ਤਾਕਤਾਂ ਨੇ, ਆਰਐਸਐਸ ਵਰਗੀਆਂ, ਇਹਨਾਂ ਦੇ ਮਗਰ ਲੱਗ ਕੇ ਜੀ ਬਿਆਨਬਾਜ਼ੀ ਕਰ ਰਹੇ ਨੇ। ਬੀਜੇਪੀ ਸਰਕਾਰ ਦਾ ਹਮੇਸ਼ਾ ਹੀ ਇਹ ਰਿਹਾ ਹੈ, ਇੱਕੋ ਏਜੰਡਾ ਰਿਹਾ ਵੀ ਜਦੋਂ ਕਿਤੇ ਸੈਂਟਰ 'ਚ ਜਾਂ ਦੇਸ਼ ਦੀ ਇਲੈਕਸ਼ਨ ਹੁੰਦੀ ਹੈ ਉਦੋਂ ਸਾਡਾ ਦੇਸ਼ ਖਤਰੇ 'ਚ ਹੁੰਦਾ ਹੈ। ਅੱਜ ਪੰਜਾਬ ਦੀ ਇਲੈਕਸ਼ਨ ਹੈ ਤੇ ਅੱਜ ਪੰਜਾਬ ਖਤਰੇ 'ਚ ਹੈ। ਮੈਨੂੰ ਪਿਛਲੇ 15 ਸਾਲ ਜਾਂ 20 ਸਾਲਾਂ ਤੋਂ ਦੱਸ ਦਿਓ ਕਿ ਪੰਜਾਬ ਦੇ ਵਿੱਚ ਐਸੀ ਕਿਹੜੀ ਘਟਨਾ ਵਾਪਰੀ ਹੈ ਜਾਂ ਕਿਹੜੇ ਦੇਸ਼ ਨੇ ਜਾਂ ਅਟੈਕ ਕਰਨ ਦੀ ਐਸੀ ਰਣਨੀਤੀ ਬਣਾਈ ਹੈ ਵੀ ਸਾਡਾ ਪੰਜਾਬ ਜਿਹੜਾ ਹੈ ਜਾਂ ਦੇਸ਼ ਪੰਜਾਬ ਦੇ ਥਰੂ ਖਤਰੇ 'ਚ ਹੈ। ਇਹ ਜਦੋਂ ਇਲੈਕਸ਼ਨ ਆਉਂਦੀ ਹੈ, ਇਹ ਲੋਕਾਂ ਨੂੰ ਡਰਾਉਣ ਦੀ ਜਿਹੜੀ ਰਣਨੀਤੀ ਹੈ ਇਹਨਾਂ ਦੀ, ਵੀ ਇੱਕ ਦੇਸ਼ ਖਤਰੇ 'ਚ ਕਹਿ ਕੇ। ਪਾਕਿਸਤਾਨ ਕਿੰਨਾ ਕੁ ਦੇਸ਼ ਹੈ ਜਿਹਦੇ ਤੋਂ ਸਾਨੂੰ ਡਰਨ ਦੀ ਲੋੜ ਹੈ? ਜਿੰਨਾ ਤੋਂ ਸਾਨੂੰ ਡਰਨ ਦੀ ਲੋੜ ਹੈ ਚਾਈਨਾ ਵਰਗੇ ਦੇਸ਼ਾਂ ਤੋਂ, ਉਹਨਾਂ ਵੱਲ ਤਾਂ ਅਸੀਂ ਮੂੰਹ ਨਹੀਂ ਕਰਦੇ, ਉਹਨਾਂ ਵੱਲ ਤਾਂ ਮੋਦੀ ਸਾਹਿਬ ਮੂੰਹ ਨਹੀਂ ਕਰਦੇ। ਇੱਕ ਜਿਹੜੇ ਦੇਸ਼ ਦਾ ਕੋਈ ਵਜੂਦ ਨਹੀਂ ਹੈਗਾ, ਅਸੀਂ ਉਹਦੇ ਤੋਂ ਡਰੀ ਜਾਂਦੇ ਆ ਤੇ ਉਹਨੂੰ ਹਿੰਦੂ ਮੁਸਲਿਮ ਸਿੱਖ ਈਸਾਈ ਬਣਾਈ ਜਾਂਦੇ ਆ। ਇਹ ਇਹਨਾਂ ਦੀ ਨੀਤੀ ਰਹੀ ਹੈ। ਪੰਜਾਬ ਦੇ ਵਿੱਚ ਅੱਜ ਅਮਨ ਸ਼ਾਂਤੀ ਹੈ, ਜਿਹੜਾ 4.5 ਸਾਲ ਪੁਰਾਣਾ ਕਹਿ ਰਹੇ ਨੇ ਜੀ ਇੱਥੇ ਅਸ਼ਾਂਤੀ ਹੈ ਜਾਂ ਇੱਥੇ ਅਸਥਿਰਤਾ ਹੈ। ਉਹ ਜਿਹੜੇ ਬੰਦੇ ਨੂੰ ਅੱਗੇ ਲਾਇਆ ਹੋਇਆ ਸੀਗਾ ਕੈਪਟਨ ਅਮਰਿੰਦਰ ਸਿੰਘ ਨੂੰ, ਉਹਨੂੰ ਤੇ ਇਹਨਾਂ ਨੇ ਨਾਲ ਲਾ ਲਿਆ ਤੇ ਹੁਣ ਨਹੀਂ ਇਹਨਾਂ ਨੂੰ ਅਸਥਿਰਤਾ ਦਿਖ ਰਹੀ। ਸੋ ਇਹ ਸਾਰੀਆਂ ਜਿਹੜੀਆਂ ਇਲੈਕਸ਼ਨ ਸਟੰਟਸ ਨੇ ਬੀਜੇਪੀ ਦੇ, ਇਹਨਾਂ ਕੋਲੇ ਕੋਈ ਮੁੱਦਾ ਨਹੀਂ ਹੈਗਾ, ਨਾ ਦੇਸ਼ ਲਈ ਨਾ ਪੰਜਾਬ ਲਈ, ਸਿਰਫ ਇੱਕੋ ਰਣਨੀਤੀ ਕਰਦੇ ਨੇ। ਮੈਂ ਇਹਨੂੰ ਬਦਕਿਸਮਤੀ ਕਹਾਂਗਾ ਸਾਡੇ ਦੇਸ਼ ਦੀ, ਵੀ ਇਹ ਜਿਹੀਆਂ ਤਾਕਤਾਂ ਦੇਸ਼ ਦੀ ਜਿਹੜੀ ਹੈ ਆਪਣਾ ਵਾਗਡੋਰ ਇਹ ਜਿਹੀਆਂ ਤਾਕਤਾਂ ਦੇ ਹੱਥ ਆ ਗਈ ਹੈ, ਜਿਹੜੇ ਲੋਕਾਂ ਨੂੰ ਜਾਤ ਪਾਤ ਧਰਮ ਦੇ ਨਾਂ ਤੇ ਵੰਡ ਕੇ ਦੇਸ਼ ਨੂੰ ਤੋੜਨਾ ਚਾਹੁੰਦੇ ਨੇ। ਸਾਡੀ ਕਾਂਗਰਸ ਪਾਰਟੀ ਇੱਕ ਸੈਕੂਲਰ ਪਾਰਟੀ ਹੈ, ਹਰ ਵਰਗ ਦੇ ਲੋਕ ਨੂੰ ਨਾਲ ਲੈ ਕੇ ਚੱਲਣ ਵਾਲੀ ਪਾਰਟੀ ਹੈ। ਕਦੀ ਪਿਛਲੇ ਸਮੇਂ 'ਚ ਦੱਸ ਦਿਓ 4.5 ਸਾਲ ਦੇ ਵਿੱਚ ਵੀ ਕਿਹੜੀ ਅਸਥਿਰਤਾ ਪੰਜਾਬ ਦੇ ਵਿੱਚ, ਲੋਕਾਂ ਨੂੰ ਪੁੱਛ ਲਓ। ਚਲੋ ਠੀਕ ਹੈ, ਸੰਧੂ ਸਾਹਿਬ ਪੁੱਛ ਲੈਂਦੇ ਆਪਾਂ। ਸੋਈ ਸਾਹਿਬ ਭੜਕਾਊ ਭਾਸ਼ਣ ਦੇ ਰਹੀ ਹੈ, ਜਿਹੜੇ ਇਹ ਜਿਹੇ ਭੜਕਾਊ ਭਾਸ਼ਣ ਦੇ ਰਹੀ ਹੈ ਬੀਜੇਪੀ ਲੋਕਾਂ ਨੂੰ ਡਰਾਉਣ ਦੀ। ਪੰਜਾਬ ਦੇ ਲੋਕ ਅਨਪੜ੍ਹ ਨਹੀਂ ਹੈਗੇ। ਇਹ ਜਿਹੜੀਆਂ ਸਟੇਟਸ ਯੂਪੀ ਬਿਹਾਰ ਵਰਗੀਆਂ ਦੇ ਲੋਕਾਂ ਨੂੰ ਤੁਸੀਂ ਧਰਮ ਦੇ ਜਾਤ ਪਾਤ ਦੇ ਨਾਂ ਦੇ ਪਿੱਛੇ ਲਾ ਸਕਦੇ ਹੋ, ਇੱਥੇ ਪੜ੍ਹਿਆ ਲਿਖਿਆ ਵਰਗ ਹੈ ਪੰਜਾਬ ਦੇ ਵਿੱਚ, ਤੁਸੀਂ ਸਾਨੂੰ ਭਰਮਾ ਨਹੀਂ ਸਕਦੇ। ਚਲੋ ਠੀਕ ਹੈ ਸੰਧੂ ਸਾਹਿਬ, ਜਵਾਬ ਲੈਣੇ ਆਪਾਂ ਜਵਾਬ ਲੈਣੇ ਆ। ਸੰਧੂ ਸਾਹਿਬ ਜਵਾਬ ਲੈਣੇ ਆ। ਇੱਕ ਮਿੰਟ, ਡਬਲ ਇੰਜਨ ਦੀ ਸਰਕਾਰ ਕਹਿ ਰਹੇ ਹੋ, 2 ਸੀਟਾਂ ਆਉਣੀਆਂ ਨੇ, 2 ਇੰਜਨ ਰਹਿ ਜਾਣੇ ਨੇ ਡਬਲ ਇੰਜਨ। ਤੁਹਾਡੇ ਕੋਲੇ ਪਿੱਛੇ ਡੱਬਾ ਕੋਈ ਨਹੀਂ ਰਹਿ ਜਾਣਾ ਸਰਕਾਰ ਬਣਾਉਣ ਲਈ। ਇਹ ਲਿਖਾ ਲਓ ਅੱਜ ਮੇਰੇ ਤੋਂ। ਚਲੋ ਸੋਈ ਸਾਹਿਬ ਜਵਾਬ ਦਿਓ। ਇੱਕ ਤਾਂ ਉਹ ਜ਼ਿਕਰ ਕਰ ਰਹੇ ਨੇ ਕਿ ਪਿਛਲੇ 15-20 ਸਾਲਾਂ ਦੇ ਵਿੱਚ ਦੱਸੋ ਇਹ ਜੀ ਕਿਹੜੀ ਘਟਨਾ ਹੋਈ ਹੈ ਕਿ ਪੰਜਾਬ ਸੁਰੱਖਿਅਤ ਤੁਸੀਂ ਕਹਿ ਰਹੇ ਹੋ? ਸਾਡੇ ਸਿੱਖਾਂ ਦੇ ਮੱਕੇ ਦਰਬਾਰ ਸਾਹਿਬ 'ਚ ਬੇਅਦਬੀ ਹੋਈ, ਇਹਨਾਂ ਨੂੰ ਉਹ ਘਟਨਾ ਨਹੀਂ ਲੱਗਦੀ। ਲੁਧਿਆਣੇ ਕੋਰਟ ਦੇ ਵਿੱਚ ਬੰਬ ਬਲਾਸਟ ਹੋਇਆ, ਇਹਨਾਂ ਨੂੰ ਘਟਨਾ ਨਹੀਂ ਲੱਗਦੀ। ਪ੍ਰਧਾਨ ਮੰਤਰੀ ਸਾਹਿਬ ਦਾ ਕਾਫਲਾ ਰੋਕਿਆ ਗਿਆ ਤੇ ਉੱਤੋਂ ਕੈਨੇਡਾ ਦੇ ਵਿੱਚੋਂ ਜਾਂ ਪਾਕਿਸਤਾਨ ਦੀ ਏਜੰਸੀਜ਼ ਨੇ ਜਿਹੜੇ ਐਡੇ ਨੇੜੇ ਸੀਗੇ ਬਾਰਡਰ ਦੇ ਲਾਗੇ, ਇਹਨਾਂ ਨੂੰ ਉਹ ਘਟਨਾ ਨਹੀਂ ਲੱਗਦੀ। ਟਿਫਨ ਬੰਬ ਜਿਹੜੇ ਲੋਕਾਂ ਦੇ ਆ ਰਹੇ ਨੇ ਪਾਕਿਸਤਾਨ ਤੋਂ, ਇਹਨਾਂ ਨੂੰ ਘਟਨਾ ਨਹੀਂ ਲੱਗਦੀ। ਸੋਫਿਸਟੀਕੇਟਡ ਵੈਪਨਸ ਆ ਰਹੇ ਨੇ, ਇਹਨਾਂ ਨੂੰ ਘਟਨਾ ਨਹੀਂ ਲੱਗਦੀ। ਇਹਨਾਂ ਨੂੰ ਘਟਨਾ ਉਦੋਂ ਲੱਗਣੀ ਹੈ ਜੇ ਇਹਨਾਂ ਕਾਂਗਰਸ ਸਰਕਾਰ, ਕਾਂਗਰਸ ਜਿਹੜੀ ਹੈ ਨਾ ਇੰਨੀ ਇਨਸੂਲੇਟਡ ਪਾਰਟੀ ਹੈ, ਇਹਨਾਂ ਨੇ ਦਰਬਾਰ ਸਾਹਿਬ ਦੇ ਉੱਪਰ ਹਮਲਾ ਕਰਾਇਆ,
84 ਦੇ ਦੰਗੇ ਕੀਤੇ, ਇਹਨਾਂ ਨੂੰ ਘਟਨਾ ਨਹੀਂ ਲੱਗਦੀਆਂ? ਇਹਨਾਂ ਨੂੰ ਘਟਨਾ ਉਦੋਂ ਲੱਗਣੀ ਹੈ ਜਦੋਂ ਕੋਈ ਏਦਾਂ ਦੀ ਘਟਨਾ ਹੋ ਜਾਵੇ ਜਦੋਂ ਮੁੱਦਿਆਂ ਤੇ ਆਓ, ਲੋਕਾਂ ਨੂੰ ਭੜਕਾਉਣ ਤੇ ਨਾ ਹੋ ਆਓ। ਜਾਵੇ। ਪੰਜਾਬ ਇੱਕ ਅੱਜ ਜੁੱਟ ਹੈ। ਤੁਹਾਡੇ ਇਹ ਪੰਜਾਬ ਦੇ ਜਿਹੜੇ ਪ੍ਰਧਾਨ ਦੇ ਸਿਆਸੀ ਸਲਾਹਕਾਰ ਕਹਿੰਦੇ ਨੇ ਕਿ ਹਿੰਦੂਆਂ ਨੂੰ ਮੈਂ ਜਲਸਾ ਨਹੀਂ ਕਰਨ ਦੇਵਾਂਗਾ। ਸਿਆਸੀ ਸਲਾਹਕਾਰ ਦਾ ਬਿਆਨ, ਤੁਸੀਂ ਉਹਨਾਂ ਦਾ ਬਿਆਨ ਤਰੋੜ ਮਰੋੜ। ਚਲੋ ਠੀਕ ਹੈ ਸੋਈ ਸਾਹਿਬ ਮਾਫ ਕਰਨਾ ਰੋਕ ਰਿਹਾ ਪੰਜਾਬ ਲੋਕ ਕਾਂਗਰਸ ਤੋਂ ਵੀ ਬੁਲਾ ਰਹੇ ਨੇ, ਉਹਨਾਂ ਨੂੰ ਜੋੜ ਲੈਂਦੇ ਆ। ਜਗਮੋਹਨ ਜੀ, ਜੋ ਕਮਲ ਸੋਈ ਜੀ ਨੇ ਗੱਲ ਕਹੀ ਹੈ ਕਿ 4.5 ਸਾਲ ਦੇ ਵਿੱਚ ਜੋ ਪੰਜਾਬ ਸੁਰੱਖਿਅਤ ਹੋਇਆ, ਤਾਂ 4.5 ਸਾਲ ਤਾਂ ਫਿਰ ਕੈਪਟਨ ਨੇ ਵੀ ਰੂਲ ਕੀਤਾ। ਜੀ ਮੈਂ ਇਸ ਸੰਬੰਧ ਵਿੱਚ ਇੱਕ ਡਾਟਾ ਰੱਖਣਾ ਚਾਹਾਂਗਾ ਕਿ ਕੈਪਟਨ ਅਮਰਿੰਦਰ ਸਿੰਘ ਜੀ ਦੇ ਜਿਹੜੇ 4.5 ਸਾਲ ਦੇ ਕਰੀਬ ਦਾ ਸਮਾਂ ਸੀ ਕਾਂਗਰਸ ਦੇ ਵਿੱਚ, ਇਹ ਕਾਂਗਰਸ ਦੇ ਬੁਲਾਰੇ ਵੀ ਉਸ ਨੂੰ ਐਕਸੈਪਟ ਕਰਨਗੇ। ਐਂਡ ਇਹ ਇੱਕ ਲੀਗਲ ਡਾਟਾ ਹੈ ਕਿ 218 ਤਾਂ ਟੈਰਰਿਸਟ ਜਿਹੜੇ ਨੇ ਉਹ ਅਰੈਸਟ ਕੀਤੇ ਗਏ ਆ। 2000 ਦੇ ਕਰੀਬ ਇਲੀਗਲ ਵੈਪਨਸ ਜਿਹੜੇ ਨੇ ਇਹ 4.5 ਸਾਲਾਂ ਦੇ ਵਿੱਚ ਜਿਹੜੇ ਆ ਇਸ ਨੂੰ ਕਨਫਿਸਕੇਟ ਕੀਤਾ ਗਿਆ। 15 ਦੇ ਕਰੀਬ ਡਰੋਨਸ ਜਿਹੜੇ ਨੇ ਉਹ ਪਾਕਿਸਤਾਨ ਦੇ ਵਿੱਚੋਂ ਆਏ ਆ। 26 ਜਿਹੜੇ ਫੋਰਨ ਹੈਂਡਲਰਸ ਨੇ ਉਹਨਾਂ ਨੂੰ ਅਰੈਸਟ ਕੀਤਾ ਗਿਆ। ਦੁਰਗਾ ਦਾਸ ਗੁਪਤਾ ਜੀ ਸ਼ਿਵ ਸੈਨਾ ਦੇ ਲੀਡਰ ਸੀ, ਉਹਨਾਂ ਦੀ ਹੱਤਿਆ ਹੋਈ। ਉਸ ਤੋਂ ਬਾਅਦ ਪਟਿਆਲੇ ਦੇ ਸਾਡੇ ਰਾਸ਼ਟਰੀ ਸਿੱਖ ਸੰਗਤ ਦੇ ਸੀ ਇੱਕ ਜਿਹੜੇ ਅਹੁਦੇਦਾਰ, ਉਹਨਾਂ ਦੀ ਜਿਹੜੀ ਹੱਤਿਆ ਕੀਤੀ ਗਈ। ਜਗਦੀਸ਼ ਗਗਨੇਜਾ ਜੀ ਦੀ ਹੱਤਿਆ ਕੀਤੀ ਗਈ। ਇਹ ਸਾਰੀਆਂ ਚੀਜ਼ਾਂ ਇਸ ਗੱਲ ਵੱਲ ਸੰਕੇਤ ਕਰਦੀਆਂ ਨੇ। ਦੇਖੋ, ਦੋ ਇਸ਼ੂ ਹੁੰਦੇ ਆ, ਇੱਕ ਇੰਟਰਨਲ ਸਿਕਿਉਰਿਟੀ ਹੁੰਦੀ ਹੈ, ਇੱਕ ਐਕਸਟਰਨਲ ਸਿਕਿਉਰਿਟੀ ਹੁੰਦੀ ਹੈ। ਦੋਨੇ ਕਨੈਕਟਡ ਚੀਜ਼ਾਂ ਨੇ ਆਪਸ ਦੇ ਵਿੱਚ। ਜਦੋਂ ਐਕਸਟਰਨਲ ਥ੍ਰੈਟ ਹੁੰਦਾ ਉਸ ਦੇ ਨਾਲ ਇੰਟਰਨਲ ਸਿਕਿਉਰਿਟੀ ਨੂੰ ਵੀ ਸਟਰੋਂਗ ਹੋਣਾ ਪੈਂਦਾ। ਤੇ ਜੇ ਇੰਟਰਨਲ ਸਿਕਿਉਰਿਟੀ ਜਿਹੜੀ ਹੈ ਸਾਡੀ, ਉਸ ਦੇ ਵਿੱਚੋਂ ਕਈ ਤਰ੍ਹਾਂ ਦੇ ਬਾਹਰਲੇ ਹਮਲੇ ਜਿਹੜੇ ਆ ਉਹ ਵੀ ਐਪਰੀਹੈਂਡ ਕੀਤੇ ਜਾਂਦੇ ਆ। ਕਾਰਨ ਇਹ ਹੈ, ਇਸ ਨੂੰ ਆਪਾਂ ਪੋਲਿਟਿਕਸ ਦੇ ਨਾਲ ਨਾ ਜੋੜੀਏ। ਕੈਪਟਨ ਅਮਰਿੰਦਰ ਸਿੰਘ ਜੀ ਨੇ ਤਾਂ 4.5 ਸਾਲ ਪਹਿਲਾਂ ਤੋਂ ਹੀ ਕਹਿੰਦੇ ਆ ਰਹੇ ਆ ਕਿ ਸਿਕਿਉਰਿਟੀ ਇਜ਼ ਅ ਬਿਗ ਇਸ਼ੂ, ਚਾਹੇ ਉਹ ਚਾਈਨੀਜ਼ ਦਾ ਹੈ, ਚਾਹੇ ਉਹ ਪਾਕਿਸਤਾਨ ਦਾ ਹੈ, ਚਾਹੇ ਅਫਗਾਨ ਦੇ ਵਿੱਚ ਜਿਹੜੀ ਹੁਣ ਤਾਲਿਬਾਨ ਸਰਕਾਰ ਆਈ ਹੈ ਜਿਹੜੀ ਪਾਕਿਸਤਾਨ ਨਾਲ ਕਾਫੀ ਕਨੈਕਟਡ ਆ। ਤੋ ਇਹ ਸਾਰੀਆਂ ਚੀਜ਼ਾਂ ਦਾ ਪੰਜਾਬ ਬਾਰਡਰ ਸਟੇਟ ਆ, ਲੰਬਾ ਬਾਰਡਰ ਆ। ਇਸ ਕਰਕੇ ਜਦੋਂ ਚੋਣਾਂ ਹੁੰਦੀਆਂ ਨੇ, ਮੈਂ ਇਸ ਗੱਲ ਦਾ ਉੱਤਰ ਦਿੰਦਾ ਕਿ ਇਹ ਚੋਣਾਂ ਦੇ ਵੇਲੇ ਕਿਉਂ ਹੁੰਦਾ। ਜਦੋਂ ਚੋਣਾਂ ਹੁੰਦੀਆਂ ਨੇ ਉਸ ਸਮੇਂ ਫੋਕਸ ਜਿਹੜਾ ਹੈਗਾ ਇੰਟਰਨਲ ਸਿਕਿਉਰਿਟੀ ਦਾ ਬਦਲ ਜਾਂਦਾ। ਉਸ ਸਮੇਂ ਇਲੈਕਸ਼ਨਸ ਦੇ ਉੱਤੇ ਆ ਜਾਂਦਾ, ਇੰਟਰਨਲ ਸਿਕਿਉਰਿਟੀ ਦੇ ਉੱਤੇ ਜ਼ਿਆਦਾ ਆ ਜਾਂਦਾ। ਤੇ ਜਿਹੜੇ ਇਸ ਤਰ੍ਹਾਂ ਦੇ ਇੰਟਰਨੈਸ਼ਨਲ ਦੇ ਜਿਹੜੇ ਸਿਕਿਉਰਿਟੀ ਮੈਟਰਸ ਨੇ, ਐਕਸਟਰਨਲ ਸਿਕਿਉਰਿਟੀ ਦੇ ਮੈਟਰਸ ਨੇ, ਉਹ ਥੋੜੇ ਜਿਹੇ ਫੋਕਸ ਤੋਂ ਘੱਟ ਜਾਂਦੇ ਆ। ਤੇ ਜਿਹੜੇ ਇਹ ਬਾਹਰਲੇ ਦੇਸ਼ ਨੇ ਜਿਹੜੇ ਸਾਡੇ ਵਿਰੋਧੀ ਨੇ, ਉਹਨਾਂ ਦਾ ਜਿਹੜਾ ਹੈਗਾ ਨਾ ਜੀ ਇਰਾਦਾ, ਮਾੜਾ ਇਰਾਦਾ, ਉਸ ਨੂੰ ਥੋੜਾ ਬਲ ਮਿਲਦਾ ਇਸ ਸਮੇਂ ਦੇ ਦੌਰਾਨ। ਜਿਸ ਤਰ੍ਹਾਂ ਕਾਂਗਰਸ ਵਾਲੇ ਮੇਰੇ ਜਿਹੜੇ ਵੀਰ ਨੇ ਉਹ ਸਹਿਮਤ ਹੋਣਗੇ। ਦੇਖੋ, ਤਾਮਿਲਨਾਡੂ ਦੇ ਵਿੱਚ ਇਸੇ ਤਰ੍ਹਾਂ ਹੋਇਆ ਸੀ। ਸਵਰਗੀ ਸ਼੍ਰੀ ਰਾਜੀਵ ਗਾਂਧੀ ਜੀ ਇਲੈਕਸ਼ਨ ਜਿਹੜੀ ਰੈਲੀ ਦੇ ਉੱਤੇ ਗਏ ਸੀ ਤੇ ਇਸ ਤਰ੍ਹਾਂ ਦੀ ਮੰਦਭਾਵੀ ਘਟਨਾ ਹੋ ਗਈ ਸੀ। ਤੇ ਇਲੈਕਸ਼ਨ ਦੇ ਦਿਨਾਂ ਦੇ ਵਿੱਚ ਇਹਦੀ ਐਪਰੀਹੈਂਸ਼ਨ ਜ਼ਿਆਦਾ ਹੁੰਦੀ ਆ। ਇਸੇ ਕਰਕੇ ਪੰਜਾਬ ਲੋਕ ਕਾਂਗਰਸ ਪਾਰਟੀ ਦੇ ਜਗਮੋਹਨ ਜੀ ਤੁਸੀਂ ਇਹ ਕਹਿਣ ਦੀ ਕੋਸ਼ਿਸ਼ ਕਰ ਰਹੇ ਹੋ, ਜਗਮੋਹਨ ਜੀ ਤੁਸੀਂ ਇਹ ਕਹਿਣ ਦੀ ਕੋਸ਼ਿਸ਼ ਕਰ ਰਹੇ ਹੋ ਕਿ 4.5 ਸਾਲ ਕੋਈ ਥ੍ਰੈਟ ਨਹੀਂ ਸੀ, ਕੋਈ ਸੁਰੱਖਿਅਤਾ ਦਾ ਮਾਹੌਲ ਨਹੀਂ ਸੀਗਾ। ਪਰ ਜਦੋਂ ਚੰਨੀ ਸਰਕਾਰ ਬਣਦੀ ਆ ਉਸ ਵੇਲੇ ਮਾਹੌਲ ਖਰਾਬ ਹੁੰਦਾ। ਨਹੀਂ ਸਰ, ਨਹੀਂ। ਜਦੋਂ 218 ਟੈਰਰਿਸਟ ਅਸੀਂ ਫੜਦੇ ਆ, 2000 ਇਲੀਗਲ ਵੈਪਨ ਰਿਕਵਰ ਕਰਦੇ ਆ। ਉਹ ਜਨਾਬ ਇਹਨਾਂ ਦੀ ਕਨਵਿਕਸ਼ਨ ਕਿੰਨੀ ਹੈ ਵਕੀਲ ਸਾਹਿਬ? ਤੁਸੀਂ 218 ਉਹ ਤਾਂ ਮੈਂ ਪ੍ਰੈਕਟਿਸ ਕਰਦਾ। ਤੁਸੀਂ ਹਿੰਦੁਸਤਾਨ ਦੇ ਵਿੱਚ ਕੋਈ ਤਾਲਿਬਾਨੀ ਰੂਲ ਨਹੀਂ ਹੈ। ਉਹ ਤਾਂ ਫਿਰ ਟ੍ਰਾਇਲ ਜਦੋਂ ਹੁੰਦਾ, ਟ੍ਰਾਇਲ ਤੋਂ ਬਾਅਦ ਜਨਾਬ ਅਨਲੌਫੁਲ ਐਕਟੀਵਿਟੀ ਤੇ ਜਿੰਨੇ ਤੁਸੀਂ ਕੇਸ ਪਾਉਂਦੇ ਹੋ 90% ਉਹਦੇ ਵਿੱਚ ਅਕਿਊਟਲ ਰੇਟ ਹੈ ਜੀ, ਕਨਵਿਕਸ਼ਨ ਹੈ ਹੀ ਨਹੀਂ। ਉਹ ਤਾਂ ਜੀ ਸਾਰਾ ਕੰਪਲੀਟ ਕਰ ਲੈਣ, ਉਹਨਾਂ ਨੂੰ ਕੰਪਲੀਟ ਕਰ ਰਵਿੰਦਰ ਜੀ, ਉਹਨਾਂ ਨੂੰ ਕੰਪਲੀਟ ਕਰ ਲੈਣ। ਮੇਰੀ ਗੱਲ ਸੁਣੋ, ਉਹ ਤਾਂ ਸਰਕਾਰ ਕਿਸੇ ਦੀ ਵੀ ਹੁੰਦੀ ਹੈ ਜੀ। ਉਹ ਤਾਂ ਉਸ ਤਰ੍ਹਾਂ ਦਾ ਕਨਵਿਕਸ਼ਨ ਰੇਟ ਤੇ ਜਿਹੜਾ ਪ੍ਰੋਸੈਸ ਹੈਗਾ ਉਹ ਕੋਈ ਇਸ ਤਰ੍ਹਾਂ ਤਾਂ ਨਹੀਂ ਨਾ ਹੈ ਵੀ ਅਕਾਲੀਆਂ ਦੀ ਸਰਕਾਰ ਵੇਲੇ ਕਨਵਿਕਸ਼ਨ ਰੇਟ ਵੱਧ ਗਿਆ, ਉਸ ਤੋਂ ਪਹਿਲਾਂ ਕਾਂਗਰਸੀ ਸਰਕਾਰ ਵੇਲੇ ਘੱਟ ਸੀ, ਜਾਂ ਹੁਣ ਕਾਂਗਰਸੀ ਸਰਕਾਰ ਵੇਲੇ ਘੱਟ ਆ। ਉਹ ਇੱਕ ਅਲੱਗ ਪ੍ਰੋਸੀਜਰ ਆ। ਰਵਿੰਦਰ ਜੀ ਕੰਪਲੀਟ ਜਦੋਂ ਟ੍ਰਾਇਲ ਦੇ ਵਿੱਚ ਚੀਜ਼ਾਂ ਚੱਲਦੀਆਂ ਨੇ ਉਦੋਂ ਬੜੇ ਮੈਟਰਸ ਇਨਵੋਲਵਡ ਹੁੰਦੇ ਆ। ਇਸ ਕਰਕੇ ਜਿਹੜਾ ਹੈਗਾ ਸਿਕਿਉਰਿਟੀ ਦਾ ਮੈਟਰ ਜਿਹੜਾ ਹੈਗਾ, ਚਾਹੇ ਇੰਟਰਨਲ ਸਿਕਿਉਰਿਟੀ ਆ ਚਾਹੇ ਐਕਸਟਰਨਲ ਸਿਕਿਉਰਿਟੀ ਆ, ਚੋਣਾਂ ਦੇ ਦੌਰਾਨ ਮੈਂ ਤੁਹਾਨੂੰ ਦੱਸਿਆ ਇਸ ਕਾਰਨ ਥੋੜਾ ਜਿਹਾ ਵੱਧ ਜਾਂਦੀ ਹੈ ਚੀਜ਼ ਕਿ ਚੋਣਾਂ ਦੇ ਵਿੱਚ ਸਾਡੀ ਸਿਕਿਉਰਿਟੀ ਪਰਸਨਲ ਜ਼ਿਆਦਾ ਇਨਵੋਲਵਡ ਹੁੰਦੇ ਆ। ਇਸ ਕਰਕੇ ਥੋੜਾ ਐਕਸਟਰਨਲ ਥ੍ਰੈਟ ਜਿਹੜਾ ਹੈ ਉਸ ਨੂੰ ਮਹਿਸੂਸ ਕੀਤਾ ਜਾਂਦਾ। ਚਲੋ ਠੀਕ ਹੈ। ਸ਼੍ਰੋਮਣੀ ਅਕਾਲੀ ਦਲ ਤੋਂ ਵੀ ਜੁੜੇ ਹੋਏ ਨੇ ਕ੍ਰਿਸ਼ਨਪਾਲ ਜੀ। ਕ੍ਰਿਸ਼ਨਪਾਲ ਜੀ, ਕੀ ਚੋਣਾਂ ਦੇ ਵਿੱਚ ਵਿਕਾਸ ਦੇ ਮੁੱਦੇ ਨੂੰ ਸਾਈਡ ਤੇ ਰੱਖ ਕੇ ਸੁਰੱਖਿਆ ਦਾ ਮੁੱਦਾ ਜਿਹੜਾ ਉਹ ਬੜਾ ਕੀਤਾ ਜਾ ਰਿਹਾ? ਸ਼੍ਰੋਮਣੀ ਅਕਾਲੀ ਦਲ ਕਿਵੇਂ ਦੇਖਦਾ ਇਸ ਬਿਆਨ ਨੂੰ? ਬਲਦੀਪ ਜੀ, ਦੋਨੋਂ ਇਸ਼ੂ ਇੰਪੋਰਟੈਂਟ ਹੈ। ਜਿੱਥੋਂ ਤੱਕ ਨੇਸ਼ਨ ਦੀ ਸਿਕਿਉਰਿਟੀ ਦਾ ਸਵਾਲ ਹੈ, ਮੈਂ ਨਹੀਂ ਸਮਝਦਾ ਵੀ ਕੋਈ ਵੀ ਪਾਰਟੀ ਨੇਸ਼ਨ ਦੇ ਨਾਲ ਹਿੱਤਾਂ ਦੇ ਨਾਲ ਕੋਈ ਸਮਝੌਤਾ ਕਰੇਗੀ ਜਾਂ ਉਹਦੇ ਖਿਲਾਫ ਕੰਮ ਕਰੇਗੀ। ਜਿੱਥੋਂ ਤੱਕ ਰਾਜਸੀ ਪਾਰਟੀਆਂ ਦਾ ਸੰਬੰਧ ਹੈ, ਉਹ ਠੀਕ ਹੈ, ਸਾਡੀ ਆਪਸ 'ਚ ਕੋਈ ਲੜਾਈ ਹੋ ਸਕਦੀ ਹੈ, ਸਾਡੇ ਮਤਭੇਦ ਹੋ ਸਕਦੇ ਆ,
परंतु जिथों तक नेशन की सुरक्षा का सवाल है, जो नेशन की सुरक्षा का मसला आएगा तो मैं समझदा भी सारा परिवार एकजुट होकर उत्थे खड़ा हो जाएगा देश के वास्ते। हुण जिहड़ी अज जिहड़ी मुद्दे की गल है, मुद्दा यह है कि नेशन सिक्योरिटी की जिथों तक इशू है, देखो नेशनल बजाए लोगों को दसन की, मैं समझदा भी राष्ट्रीय पद्धर ते भी ते स्टेट पद्धर ते भी जिहड़ी कानून दे कायम रखने वाली एजेंसियां उन्होंने चौकस किए जाने की लोड़ है, उन्होंने पहरा देने की लोड़ है। वो लोगों ने नहीं देना, वो एजेंसियां ने देना है। चाहिदा यह है भी सेंट्रल गवर्नमेंट भी और स्टेट गवर्नमेंट भी अपनी अपनी जिम्मेवारी अदा करे, जिथे किते उन्होंने प्रॉब्लम लगती है उत्थे सख्ती करे। उन्होंने कुछ किसी ने नहीं रोकिया, उन्होंने आम पब्लिक ने चीज़ां दस्सण दी बजाय मैं समझदा भी उन्हां सुरक्षा एजेंसियां नूं चौकस किए जाने की लोड़ है। मैं बिल्कुल सहमत हाँ भी इलैक्शनां दे दिनां 'च हावी हो सकते हैं, परंतु ਇਹਦੇ ਨਾਲ ਇੱਕ ਜਿਹੜਾ ਦੂਸਰਾ ਇਹਦਾ ਗੱਲ ਦਾ ਦੂਜਾ ਪੱਖ ਹੈ ਉਹ ਇਹ ਹੈ ਵੀ ਕਿਤੇ ਜਿਹੜੇ ਅਸਲ ਮੁੱਦੇ ਹੈ ਜਿਨ੍ਹਾਂ ਮੁੱਦਿਆਂ ਤੇ ਸਰਕਾਰ ਨੂੰ ਘੇਰਿਆ ਜਾਣਾ ਚਾਹੀਦਾ ਹੈ, ਜਿਹੜੇ ਮੁੱਦਿਆਂ ਤੇ ਸਰਕਾਰ ਬੁਰੀ ਤਰ੍ਹਾਂ ਫੇਲ ਹੋਈ ਹੈ, ਜਿਹੜੇ ਮੁੱਦੇ ਜਿਹੜੇ ਵਾਅਦੇ ਸਰਕਾਰ ਡਿਲੀਵਰ ਕਰਨ 'ਚ ਕਾਮਯਾਬ ਨਹੀਂ ਹੋ ਸਕੀ, ਅੱਜ ਅਸੀਂ ਪੰਜਾਬ ਦੀ ਸਰਕਾਰ ਚੁਣਨ ਜਾ ਰਹੇ ਹਾਂ। ਪੰਜਾਬ ਦੀ ਸਰਕਾਰ ਇਹ ਬਿਲਕੁਲ ਮੈਂ 100% ਦਾਅਵੇ ਨਾਲ ਕਹਿ ਸਕਦਾ ਕਿ ਜਿਹੜੀ ਸਰਕਾਰ ਨੇ 5 ਸਾਲ ਇਹ ਰੂਲ ਕੀਤਾ, ਇਹਨੇ पूरा तहस नहस सिस्टम नूं करता। इन्होंने हर हल्फा वरतिया लुट्टण ते कुट्टण दा, ਉਹ ਲੋਕਾਂ 'ਚ ਜ਼ਾਹਰ ਕਰਨ ਦੀ ਲੋੜ ਹੈ, ਲੋਕਾਂ ਨੂੰ ਦੱਸਣ ਦੀ ਲੋੜ ਹੈ ਕਿ ਇਹਨਾਂ ਨੇ ਇਹ ਮੁੱਦੇ ਲੋਕਾਂ ਨਾਲ ਇਹ ਵਾਅਦੇ ਕੀਤੇ ਸੀ, ਡਿਲੀਵਰ ਨਹੀਂ ਕੀਤੇ। ਦੇਖੋ ਸਰਕਾਰਾਂ ਨੇ ਕੋਈ ਵੀ ਇਹ ਜਿਹੜੇ ਵਾਅਦੇ ਲੋਕਾਂ ਨਾਲ ਕਰਕੇ ਆਏ ਸੀ ਉਹ ਵਾਅਦੇ ਕਿੱਥੇ ਹੈ? ਅੱਜ ਮੈਨੂੰ ਇਹ ਕਿਤੇ ਨਾ ਕਿਤੇ ਮੇਰੇ ਮਨ 'ਚ ਸ਼ੰਕਾ ਹੈ ਕਿ ਇਸ ਤਰ੍ਹਾਂ ਦੀਆਂ ਚੀਜ਼ਾਂ 'ਚੋਂ ਲੋਕਾਂ ਦੇ ਮੁੱਦੇ ਗਾਇਬ ਨਾ ਹੋ ਜਾਣ, ਜਿਹੜੇ ਲੋਕਾਂ ਨਾਲ ਜੁੜੇ ਆ। ਲੋਕਾਂ ਨਾਲ ਰੋਜੀ ਰੋਟੀ ਦੀ ਸਭ ਤੋਂ ਵੱਧ ਲੋਕਾਂ ਦਾ ਮੁੱਦਾ ਅੱਜ ਬਰਨਿੰਗ ਇਸ਼ੂ ਹੈ ਕਿ ਜਿਨ੍ਹਾਂ ਲੋਕਾਂ ਨਾਲ ਤੁਸੀਂ ਰੁਜ਼ਗਾਰ ਦੇਣ ਦਾ ਵਾਅਦਾ ਕੀਤਾ ਸੀ ਉਹ ਵਾਅਦਾ ਕਿੱਥੇ ਗਿਆ? ਕਿੰਨੇ % ਤੁਸੀਂ ਰੁਜ਼ਗਾਰ ਨੂੰ ਲੋਕਾਂ ਨੂੰ ਦਿੱਤਾ ਹੈ? ਜਿਹੜਾ ਤੁਸੀਂ ਘਰ ਘਰ ਫਾਰਮ ਭਰਾਏ ਸੀ ਉਹਨਾਂ ਦਾ ਕੀ ਬਣਿਆ? ਜਿਹੜੇ ਤੁਸੀਂ ਕਰਜ਼ਾ ਮਾਫੀ ਦੀ ਗੱਲ ਕੀਤੀ ਸੀ ਉਹਦਾ ਕੀ ਬਣਿਆ? ਇਹ ਜਿਹੜੇ ਮੁੱਦੇ ਹੈ ਵੀ ਤੁਸੀਂ ਬਿਜਲੀ ਬੜੇ ਘਰਾਣਿਆਂ ਨੂੰ ਸਸਤੀ ਦੇ ਕੇ ਛੋਟਿਆਂ ਦੇ ਪਾਤੀ, ਤੁਸੀਂ 5 ਰੁਪਏ ਯੂਨਿਟ ਦਾ ਵਾਅਦਾ ਕਰਕੇ ਕਿੱਥੇ ਪਹੁੰਚਾਇਆ ਉਹਨਾਂ ਨੂੰ? ਸਰਕਾਰ ਤੋਂ ਪੁੱਛਿਆ ਜਾਣਾ ਚਾਹੀਦਾ ਹੈ। ਤਾਂ ਫਿਰ ਇਹ ਸਮਝੀਏ ਕਿ ਪੋਲਰਾਈਜੇਸ਼ਨ ਦਾ ਰੰਗ ਦੇਣ ਦੀ ਕੋਸ਼ਿਸ਼ ਹੋ ਰਹੀ ਹੈ। नहीं, ये मैं नहीं कह रहा, मैं ये तुसी शब्द मेरे मुंह च ना पाओ। मैं सिर्फ ये कह रहा भी मुद्दे दी गल करनी अज जरूरी है। अज पंजाब दे लोकां नूं दरपेश जिहड़े मुद्दे है वो हाईलाइट होने चाहिए है। जिथों तक एजेंसियां दी गल है, जिथों तक नेशन दी सुरक्षा दा सवाल है, वो नेशनल दी जिहड़ी सरकार साडी सरकार है, पूरी मिनिस्ट्री है, सुरक्षा एजेंसियां वो उन्हां नूं चौकस करन। ਇਹ ਲੋਕਾਂ 'ਚ ਮੈਂ ਸਮਝਦਾ ਇਸ ਮੁੱਦੇ ਤੇ ਟੈਰਰ ਪੈਦਾ ਕਰਨ ਦੀ ਬਜਾਏ ਤੁਸੀਂ ਨੈਸ਼ਨਲ ਏਜੰਸੀਜ਼ ਦੀ ਗੱਲ ਕਰ ਰਹੇ ਹੋ ਕਿ ਨੈਸ਼ਨਲ ਏਜੰਸੀਜ਼ ਨੂੰ ਚੌਕਸ ਹੋਣਾ ਚਾਹੀਦਾ ਹੈ, ਤਾਂ ਫਿਰ ਇਹਦਾ ਮਤਲਬ ਕਿ ਕਾਂਗਰਸ ਦੇ ਉੱਪਰ ਜੋ ਬੀਜੇਪੀ ਇਹ ਕਹਿ ਰਹੀ ਹੈ ਕਿ ਅਨਸਟੇਬਲ ਰਹੀ ਹੈ 4.5 ਸਾਲ ਸਰਕਾਰ, ਤਾਂ ਫਿਰ ਉਹ ਕਾਂਗਰਸ ਦੇ ਉੱਪਰ ਬਲੇਮ ਨਹੀਂ ਹੈ? ਬਿਲਕੁਲ ਕਾਂਗਰਸ ਦੇ ਉੱਪਰ ਬਲੇਮ ਹੈ। ਕਾਂਗਰਸ ਪ੍ਰਧਾਨ ਮੰਤਰੀ ਨੂੰ ਸੁਰੱਖਿਅਤ ਦੌਰਾ ਨਹੀਂ ਕਰਾ ਸਕੀ, ਇਹ ਸਰਕਾਰ ਦਾ ਫੇਲਿਅਰ ਹੈ। ਇਹ ਲੋਕਾਂ ਨੂੰ ਦੱਸੇ ਜਾਣ ਦੀ ਲੋੜ ਹੈ। परंतु जिथों तक अमन ते सुरक्षा का मसला है, उस सुरक्षा एजेंसियों को सरकार केंद्र सरकार अपने पद्धर ते चौकस करे। ये केंद्र सरकार की जिम्मेवारी है साडे जान और माल की रक्षा करनी। ये स्टेट पद्धर की जिम्मेवारी है, वो अपनी अपनी जिम्मेवारियां अदा करन। लोकां ने इसे वास्ते उन्होंने चुनिया। परंतु मैं समझदा भी जिस बंदे का जिस सरकार का जो काम है, सरकार अपना काम करे, अपना फर्ज अदा करे। इस मसले च लोकां दे आम मुद्दे गायब ना हो जान। लोकां ने सुरक्षा नहीं करनी, जाके लोकां ने बार्डर ते नहीं खड़ना, वो सरकारां दा काम है। सरकार अपने तौर ते प्रबंध करे। लोकां नूं जिहड़े दरपेश अज औकना सब तो बड़ी चीज यह है भी असी सरकार दी नलैकियां नूं, जो हाकम सरकार दी नलैकियां अज तुहाडे सामने नोटां दे बंडल फड़े जा रहे हैं शरेआम, और साबका मुख्यमंत्री कैप्टन अमरिंदर सिंह जी का बयान आया कि मैं चन्नी जी की शिकायत लैके दिल्ली सोनिया गांधी जी नूं फाइल दे आया सी, उन्होंने उहदी प्रमोशन करती, सगों फाइल ते तां की कार्रवाई करनी सी, सगों उन्होंने टैक्नीकल मिनिस्टर की जगह मुख्यमंत्री बनाता भी बहुत वधिया काम किया है। तुहाडे सीएम साबका सीएम कैबिनेट मिनिस्टर ते दोष ला रहे हैं कि मैं इस माइनिंग संबंधी तो पहले ही दोष लाते सी, मैं पहले ही कहता सी भी इन्हां दी इन्वॉल्वमेंट है, ते मैं फाइल जाके श्रीमती सोनिया गांधी नूं दे आया सी। चलो श्रीमती सोनिया गांधी ने की कीता? उन्होंने टैक्नीकल मिनिस्टर चीफ मिनिस्टर बनाता। किते ना किते कमी हैगी है कांग्रेस दी भी, इसी चीज का जिक्र कर रहे हो, ठीक है। इस दे नाल ही आम आदमी पार्टी तो रविंदर सिंह जुड़े हुए ने। रविंदर जी, जिस तरीके नाल लगातार किसान मोर्चा चलिया और पंजाब नूं सेंसिटिव स्टेट कह रही है भाजपा के, बहुत नाजुक स्टेट है, बॉर्डर स्टेट है, तो उस वेले भाजपा नूं ये चीज़ का क्यों ख्याल नहीं आया कि सुरक्षा नूं खतरा हो सकता है?
ਦਰਅਸਲ ਇਹਦੇ ਸਾਰੇ ਪ੍ਰਕਰਣ ਦੇ ਵਿੱਚ देयर इज नो डाउट, ਇਹਦੇ ਚ ਕੋਈ ਸ਼ੱਕ ਨਹੀਂ ਹੈਗਾ ਕਿ ਪੰਜਾਬ ਇੱਕ ਸਰਹੱਦੀ ਸੂਬਾ ਹੈ ਤੇ ਇਹਦੀ ਜਿਹੜੀ ਸੁਰੱਖਿਆ ਦੀ ਗਰੰਟੀ ਹੈ ਉਹ ਯਕੀਨੀ ਬਣਾਉਣਾ ਬੜਾ ਜ਼ਰੂਰੀ ਹੈ। ਮੈਂ ਬੜੀ ਜ਼ਿੰਮੇਵਾਰੀ ਨਾਲ ਇੱਕ ਸਟੇਟਮੈਂਟ ਦੇ ਰਿਹਾ। ਪਰ ਇੱਕ ਰਾਹਤ ਇੰਦੌਰੀ ਜੀ ਦਾ ਸ਼ੇਰ ਹੈ, ਉਹ ਮੈਨੂੰ ਬਾਰ-ਬਾਰ ਯਾਦ ਆ ਜਾਂਦਾ ਹੈ ਕਿ ਸਰਹੱਦ पे तनाव है क्या, पता करो चुनाव है क्या। ਤੁਸੀਂ ਇਹ ਦੇਖੋ ਵੀ ਜਦੋਂ ਵੀ ਇਲੈਕਸ਼ਨ ਹੁੰਦੇ ਆ, ਬਿਲਕੁਲ ਤੁਸੀਂ ਬੜਾ ਜਾਇਜ਼ ਇਹ ਸਵਾਲ, ਜਿਹੜੀ ਬੀਜੇਪੀ ਪਾਰਟੀ ਹੈ ਨਾ ਜੀ, ਇਹ ਪੋਲਰਾਈਜੇਸ਼ਨ ਦੀ ਮਾਹਰ ਪਾਰਟੀ ਹੈ। ਸ਼ਾਇਦ ਸ਼ਰਮਾ ਜੀ ਇਹ ਸ਼ਬਦ ਨੂੰ ਵਰਤਣ ਦੇ ਵਿੱਚ ਜਾਂ ਇਹਨੂੰ ਉਹ ਕਰਨ ਦੇ ਵਿੱਚ ਕੋਈ ਸੰਗ ਮੰਨ ਰਹੇ ਸੀ। ਮੈਂ ਖੁੱਲ ਕੇ ਕਹਿਣਾ, ਇਹ ਉਹੀ ਪਾਰਟੀ ਹੈ ਜਿਹਨੇ ਸਾਡੇ ਪੰਜਾਬ ਦੇ ਆਮ ਘਰਾਂ ਦੇ ਕਿਸਾਨਾਂ ਦੇ ਉੱਪਰ ਆਤੰਕਵਾਦੀ ਹੋਣ ਦੀ ਬਲੇਮ ਤੌਹਮਤ ਬੜੀ ਹੈ। ਇਹ ਸਾਡੇ ਕਿਸਾਨਾਂ ਦੇ ਉੱਪਰ ਇਹਨਾਂ ਨੂੰ ਆਤੰਕਵਾਦੀ ਹੋਣ ਦੀ ਤੌਹਮਤ ਬੜੀ ਹੈ। ਤੁਸੀਂ ਇਹ ਸਾਰੇ ਸੀਰੀਜ਼ ਆਫ ਇਵੈਂਟ ਦੇਖੋ, ਭਾਵੇਂ ਪੁਲਵਾਮਾ ਵਾਲਾ ਅਟੈਕ ਦੀ ਉਹ ਗੱਲ ਦੇਖੋ ਜਿਹਦੇ ਉੱਪਰ ਨੈਸ਼ਨਲਿਜ਼ਮ ਦੇ ਉੱਪਰ ਪੋਲਰਾਈਜ਼ ਕੀਤਾ ਗਿਆ, ਸਾਰੇ ਸਟੇਟ ਇਸ਼ੂਜ਼ ਨੂੰ ਖਤਮ ਕੀਤਾ ਗਿਆ। ਤੁਸੀਂ 2017 ਵਾਲੀ ਇਲੈਕਸ਼ਨ ਦੇਖੋ, ਮੋੜ ਮੰਡੀ ਬੰਬ ਬਲਾਸਟ ਹੋਇਆ, ਕਾਂਗਰਸ ਦੇ ਐਮਐਲਏ ਦੀ ਰੈਲੀ ਦੇ ਵਿੱਚ ਬੰਬ ਬਲਾਸਟ ਹੋਇਆ, 3 ਬੰਦੇ ਮਾਰੇ ਗਏ। ਦੱਸੋ ਉਹਦਾ ਕੀ ਕਨਕਲੂਜਨ ਨਿਕਲਿਆ? ਸੀਐਮ ਸਾਹਿਬ ਕੈਪਟਨ ਸੀਐਮ ਜੀ ਸਾਡੇ ਕੈਪਟਨ ਸਾਹਿਬ ਸਾਡੇ 4 ਸਾਲ ਸੀਐਮ ਰਹੇ ਨੇ, ਉਹਨਾਂ ਦੀ ਇਨਵੈਸਟੀਗੇਸ਼ਨ 'ਚ ਪਤਾ ਲੱਗਿਆ ਤਾਰਾਂ ਸਰਸੇ ਜਿਹੜੀ ਡੇਰਾ ਸੀਗਾ ਉੱਥੇ ਤੱਕ ਜਾ ਕੇ ਜੁੜੀਆਂ, ਉਹਦੇ ਵਿੱਚੋਂ ਕੀ ਨਿਕਲਿਆ, ਕਿਹਨੂੰ ਕਨਵਿਕਸ਼ਨ ਮਿਲੀ। ਜਿਹੜੀ ਹੁਣ ਵੀ ਜਿਹੜੀ ਇਹ ਭਾਜਪਾ ਜਿਹੜੀ ਸਾਰੀ ਗੇਮ ਪਲਾਨ ਕਰ ਰਹੀ ਹੈ, ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਉਹਨਾਂ ਕੋਲ ਜਿਹੜਾ ਇੱਕ ਮੁੱਖ ਮੰਤਰੀ ਦਾ ਚਿਹਰਾ ਹੈ ਉਹ ਕੈਪਟਨ ਅਮਰਿੰਦਰ ਸਿੰਘ ਵਰਗਾ ਫੇਲੀਅਰ ਚਿਹਰਾ, ਜਿਹਨੇ 4.5 ਸਾਲਾਂ ਦੇ ਵਿੱਚ ਪੰਜਾਬ ਦੇ ਲੋਕਾਂ ਨੂੰ ਕੁਝ ਡਿਲੀਵਰ ਨਹੀਂ ਕੀਤਾ। ਰੁਜ਼ਗਾਰ ਕਾਰਡ ਬਣਾਏ, ਪੰਜਾਬ ਦੇ ਲੋਕਾਂ ਨੂੰ 2 ਕਰੋੜ ਨੌਕਰੀ ਦੇਣ ਦੀ ਗੱਲ ਕੀਤੀ, ਉਹਦੀ ਨੌਕਰੀ ਦਾ ਕੁਝ ਨਹੀਂ ਬਣਿਆ ਹੈਗਾ। ਪੰਜਾਬ ਦੇ ਕਿਸਾਨਾਂ ਦਾ ਕਰਜ਼ਾ ਮਾਫ ਕਰਨ ਦੀ ਗੱਲ ਕੀਤੀ, ਉਹਦਾ ਕੁਝ ਨਹੀਂ ਬਣਿਆ। ਪੰਜਾਬ ਦੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਮੁਲਾਜ਼ਮ ਕਰਨ ਦੀ ਗੱਲ ਕੀਤੀ, ਉਹਦਾ ਕੁਝ ਨਹੀਂ ਬਣਾ। ਹਰ ਘਰ 'ਚ ਸਰਕਾਰੀ ਨੌਕਰੀ ਦੇਣ ਦੀ ਗੱਲ ਕੀਤੀ, ਉਹਦਾ ਕੁਝ ਨਹੀਂ ਬਣਿਆ। ਡਰੱਗਸ ਮਾਮਲਿਆਂ ਦੇ ਉੱਪਰ ਨਕੇਲ ਪਾਉਣ ਦੀ ਕੋਸ਼ਿਸ਼ ਕੀਤੀ, ਦਾ ਵਾਅਦਾ ਕੀਤਾ ਪੰਜਾਬੀਆਂ ਦੇ ਨਾਲ, ਉਹਦਾ ਕੁਝ ਨਹੀਂ ਬਣਿਆ। ਹੁਣ ਮਸਲਾ ਇਹ ਹੈ ਕਿ ਜਿਹੜੇ 2017 ਦੇ ਵਿੱਚ ਵਾਅਦੇ ਕੀਤੇ ਸੀਗੇ, ਜਿਹੜੇ ਪੰਜਾਬ ਦੇ ਲੋਕਾਂ ਦੀ ਅਸਲ ਗੱਲ ਸੀਗੀ, 2022 ਦੇ ਵਿੱਚ ਡਿਸਕਸ ਹੋਣੀ ਚਾਹੀਦੀ ਸੀਗੀ। ਇੱਕ ਨੈਸ਼ਨਲ ਲੀਡਰ ਨੇ ਇੱਕ ਬਿਆਨ ਦਿੱਤਾ ਕਿ ਪੰਜਾਬ ਦੇ ਵਿੱਚ, ਮੈਂ ਬੜੀ ਜ਼ਿੰਮੇਵਾਰੀ ਨਾਲ ਇਹ ਗੱਲ ਕਹਿ ਰਿਹਾ ਕਿ ਪੰਜਾਬ ਸਰਹੱਦੀ ਸੂਬਾ। ਤੁਸੀਂ ਦੇਖੋ, ਭਾਰਤ ਉਹ ਸਟੇਟ ਹੈ ਜਿਹੜਾ ਆਪਣੇ ਟੋਟਲ ਬਜਟ ਦਾ 49% ਅਸੀਂ ਪੂਰੇ ਭਾਰਤ ਦੇ ਬਜਟ ਦਾ ਸੁਰੱਖਿਆ ਦੇ ਉੱਪਰ ਖਰਚ ਕਰਦੇ ਹਾਂ। ਜੇ 70 ਸਾਲਾਂ ਦੇ ਵਿੱਚ ਅਸੀਂ ਬਾਰਡਰ ਨੂੰ ਮੈਨ ਟੂ ਮੈਨ ਸੀਲ ਨਹੀਂ ਕਰ ਸਕੇ, ਅਸੀਂ ਐਨੀ ਸੀਲ ਨਹੀਂ ਉਹ ਮੈਨੇਜ ਕਰ ਸਕੇ, ਆਪਣੇ ਪੂਰੇ ਬਜਟ ਦਾ ਅੱਧਾ ਹਿੱਸਾ ਖਰਚ ਕੇ ਵੀ ਜੇ ਅਸੀਂ ਇਹ ਪ੍ਰਬੰਧ ਪੁਖਤਾ ਨਹੀਂ ਕਰ ਪਾਏ, ਤਾਂ ਸਾਡੇ ਕਾਰਜਸ਼ੈਲੀ ਦੇ ਉੱਪਰ ਵੀ ਬਹੁਤ ਵੱਡੇ ਸਵਾਲੀਆ ਨਿਸ਼ਾਨ ਉੱਠਦੇ ਨੇ। ਤੇ ਦੂਜੀ ਗੱਲ ਜਿਹੜੀ ਮੈਂ ਬਾਰ-ਬਾਰ ਕਹਿ ਰਿਹਾ, ਇਹਨਾਂ ਸਾਰੇ ਮੁੱਦਿਆਂ ਨੂੰ ਜਿਹਦੇ ਨਾਲ ਸਟੇਟ ਦੀ ਡਿਵੈਲਪਮੈਂਟ ਹੋਣੀ ਹੈ, ਭਾਵੇਂ ਮਾਈਨਿੰਗ ਦਾ ਮੁੱਦਾ ਹੋਵੇ, ਭਾਵੇਂ ਡਰੱਗਸ ਦਾ ਮੁੱਦਾ ਹੋਵੇ, ਭਾਵੇਂ ਅਨਇੰਪਲੋਇਮੈਂਟ ਦਾ ਮੁੱਦਾ ਹੋਵੇ, ਨਾ ਸਾਰੇ ਦਰਪੇਸ਼ ਮੁੱਦਿਆਂ ਨੂੰ ਜ਼ੀਰੋ ਕਰਕੇ ਪੰਜਾਬ ਦੇ ਅੰਦਰ ਇੱਕ ਮਾਈਨੋਰਿਟੀ ਨੂੰ ਡਰਾ ਕੇ ਪੋਲਰਾਈਜੇਸ਼ਨ ਕਰਨ ਦੀ ਜਿਹੜੀ ਕੋਝੀ ਰਾਜਨੀਤੀ ਹੈ ਬੀਜੇਪੀ ਹਮੇਸ਼ਾ ਚੱਲਦੀ ਆ ਰਹੀ ਹੈ, ਤੇ ਹੁਣ ਵੀ ਉਸੇ ਦੇ ਉੱਪਰ ਡਿਵੈਲਪਮੈਂਟ ਦੀ ਕੋਈ ਗੱਲ ਨਹੀਂ ਕੀਤੀ। ਕੈਪਟਨ ਅਮਰਿੰਦਰ ਸਿੰਘ ਨੂੰ ਤੁਸੀਂ ਆਪਣੀ ਪਾਰਟੀ 'ਚ ਰਲਾਇਆ। 4.5 ਸਾਲਾਂ ਦੇ ਵਿੱਚ ਬੇਅਦਬੀਆਂ ਦੀ ਗੱਲ ਮੇਰੇ ਭਾਈ ਸਾਹਿਬ ਕਰ ਰਹੇ ਸੀਗੇ, ਜਿਹੜੀ ਪਹਿਲਾਂ ਬਹਿਬਲ ਕਲਾ ਗੋਲੀ ਕਾਂਡ ਹੋਇਆ ਜਾਂ ਉਸ ਤੋਂ ਪਹਿਲਾਂ ਬੇਅਦਬੀਆਂ ਵਾਲਾ ਗੱਲ ਹੋਈ ਹੈ, ਉਹਨੇ ਸਾਰਿਆਂ ਦੇ ਉੱਪਰ 4.5 ਸਾਲ 'ਚ ਕੈਪਟਨ ਸਾਹਿਬ ਨੇ ਕੀਤਾ ਕੀ ਹੈ? ਤੁਸੀਂ ਦੱਸੋ। ਡਰੱਗਸ ਦੇ ਉੱਪਰ ਕੈਪਟਨ ਸਾਹਿਬ ਇੰਨਾ ਬੋਲਦੇ ਸੀਗੇ, ਪਾਕ ਗੁਟਕਾ ਸਾਹਿਬ ਸੈਕਰਡ ਬੁੱਕ ਜਿਹੜੀ ਸਾਡੀ ਹੱਥ ਦੇ ਵਿੱਚ ਫੜ ਕੇ 2017 ਦੇ ਵਿੱਚ ਕਿਹਾ ਸੀਗਾ ਕਿ ਮੈਂ ਨਸ਼ਾ 3 ਮਹੀਨਿਆਂ 'ਚ ਖਤਮ ਕਰ ਦੂੰਗਾ। ਦੱਸੋ ਕੈਪਟਨ ਸਾਹਿਬ, ਕਿਹੜਾ ਤੁਸੀਂ ਨਸ਼ਾ, ਕਿਹੜੇ ਪੰਜਾਬ ਕਹਿ ਰਹੇ ਹੋ ਕਿ ਕੈਪਟਨ ਅਮਰਿੰਦਰ ਸਿੰਘ ਵਾਅਦੇ ਪੂਰੇ ਨਹੀਂ ਕਰ ਪਾਏ, ਇਸ ਕਰਕੇ ਹੁਣ ਬੀਜੇਪੀ ਜਾ ਕੇ ਸੁਰੱਖਿਆ ਦਾ ਮੁੱਦਾ ਚੱਕ ਰਹੇ ਨੇ, ਇਹੀ ਗੱਲ ਕਹਿਣਾ ਚਾਹ ਰਹੇ ਹੋ? ਐਗਜ਼ੈਕਟਲੀ ਠੀਕ ਹੈ। ਸੋਈ ਸਾਹਿਬ ਜਵਾਬ ਦਿਓ ਇਸ ਚੀਜ਼ ਦਾ ਕਿ ਕੈਪਟਨ ਅਮਰਿੰਦਰ ਸਿੰਘ, ਔਰ ਪਹਿਲਾਂ ਤੁਸੀਂ ਜ਼ਿਕਰ ਕੀਤਾ ਸੀ, ਮੇਰਾ ਸਵਾਲ ਵਿੱਚ ਰਹਿ ਗਿਆ ਸੀ ਕਿ ਤੁਸੀਂ ਕਹਿ ਰਹੇ ਸੀ ਕਿ 4.5 ਸਾਲ ਜਿਹੜੀ ਹੈ ਜਾਂ 5 ਸਾਲ ਜਿਹੜੀ ਹੈ ਉਹ ਵੀ ਅਸੁਰੱਖਿਅਤ ਰਹੀ ਹੈ ਸਟੇਟ, ਪਰ 4.5 ਸਾਲ ਤਾਂ ਕੈਪਟਨ ਅਮਰਿੰਦਰ ਸਿੰਘ ਦਾ ਹੀ ਰਾਜ ਰਿਹਾ ਨਾ। ਸੋਈ ਸਾਹਿਬ ਤੁਹਾਡੀ ਆਵਾਜ਼ ਨਹੀਂ ਪਹੁੰਚ ਪਾ ਰਹੀ। ਅਸੀਂ ਕਾਂਗਰਸ ਦੀ ਸਰਕਾਰ ਸੀਗੀ, ਉਹ ਕਾਂਗਰਸ ਦੀ ਸਰਕਾਰ ਜਿਹੜੀ ਸੀਗੀ, ਆ ਕੈਪਟਨ ਅਮਰਿੰਦਰ ਸਿੰਘ ਤੁਸੀਂ ਵੀ ਜ਼ਿਕਰ ਕੀਤਾ ਹੈ ਕਿ ਉਹ 10 ਜਨਪਦ ਤੋਂ ਚੱਲਦੀ ਸੀਗੀ, ਜਿਹੜੀ ਸੋਨੀਆ ਗਾਂਧੀ ਹੁਣੀ ਜਾਂ ਰਾਹੁਲ ਗਾਂਧੀ ਹੁਣੀ ਡਾਇਰੈਕਸ਼ਨਸ ਦਿੰਦੇ ਸੀਗੇ, ਉਹਨਾਂ ਦੀ ਡਾਇਰੈਕਸ਼ਨਸ ਦੇ ਉੱਪਰ ਚੱਲਦੀ ਸੀਗੀ। ਜਦੋਂ ਕੈਪਟਨ ਸਾਹਿਬ ਨੇ 2017 ਦੇ ਇਲੈਕਸ਼ਨ ਹੋਏ ਨੇ ਉੱਪਰ ਰਾਹੁਲ ਗਾਂਧੀ, ਜਿਹੜਾ ਪਲੀਜ਼ ਲੈਟ ਮੀ ਸਪੀਕ, ਡਿਡ ਆਈ ਸਪੀਕ ਇਨ ਯੋਰ ਲਿਸਨਿੰਗ? ਮੈਂ ਬੋਲਿਆ ਤੁਹਾਡੀ ਗੱਲ, ਤੁਸੀਂ ਬੋਲਣ ਦਿਓ ਮੈਨੂੰ, ਆਪਣੀ ਵਾਰੀ ਦਾ ਵੇਟ ਕਰੋ। ਜਦੋਂ 2018 ਦੇ ਵਿੱਚ ਮਾਈਨਿੰਗ ਦਾ ਕੇਸ ਦਰਜ ਹੋਇਆ, ਜਦੋਂ ਕੈਪਟਨ ਸਾਹਿਬ ਨੇ 34 ਐਮਐਲਏ ਤੇ ਮੰਤਰੀਆਂ ਦੀ ਲਿਸਟ ਭੇਜੀ 10 ਜਨਪਦ ਨੂੰ, ਤੇ ਆਪੇ ਉਹਨਾਂ ਨੇ ਕਿਹਾ ਕਿ ਉਹਨਾਂ ਨੇ ਕਹਿਤਾ ਕਿ ਉਹਨਾਂ ਨੇ ਉਹਨਾਂ ਨੂੰ ਪ੍ਰਮੋਸ਼ਨ ਦੇ ਕੇ ਮੁੱਖ ਮੰਤਰੀ ਬਣਾਤਾ। ਇਸ ਤਰ੍ਹਾਂ ਹੀ ਜਦੋਂ ਅੱਜ ਅਸੀਂ 50 ਕਿਲੋਮੀਟਰ ਦੀ ਗੱਲ ਕੀਤੀ ਕਿ 50 ਕਿਲੋਮੀਟਰ ਬੀਐਸਐਫ ਦਾ ਏਰੀਆ ਵਧਾ ਦਿਓ,
ਉਸ ਤੋਂ ਬਾਅਦ ਵੀ ਇਹਨਾਂ ਨੂੰ ਹੂ ਐਂਡ ਕਰਾਈ ਮਚ ਗਈ। ਜਦੋਂ ਨਵਜੋਤ ਸਿੰਘ ਸਿੱਧੂ ਹੁਣੀ ਜਾ ਕੇ ਪਾਕਿਸਤਾਨ ਦੇ ਜਰਨੈਲ ਨੂੰ ਜੱਫੀਆਂ ਪਾਉਂਦੇ ਨੇ, ਉਦੋਂ ਕੈਪਟਨ ਸਾਹਿਬ ਨੇ ਜਦੋਂ ਮੁੱਦਾ ਚੱਕਿਆ ਕਿ ਦੇਖੋ ਆਹ ਗਲਤ ਗੱਲ ਹੈਗੀ ਹੈ, ਪਾਕਿਸਤਾਨ ਸਾਡਾ ਵੱਡਾ ਦੁਸ਼ਮਣ ਹੈਗਾ, ਸਾਡੇ ਤਕਰੀਬਨ 103 ਜਿਹੜੇ ਜਵਾਨ ਨੇ ਪਿਛਲੇ 4 ਵਰਿਆਂ 'ਚ ਉਹਨਾਂ ਦੀਆਂ ਬੋਡੀਜ਼ ਜਿਹੜੀਆਂ ਸਾਡੇ ਘਰਾਂ 'ਚ ਆਈਆਂ ਨੇ, ਤੇ ਇਹਦਾ ਮਤਲਬ ਹੈਗਾ ਸਭ ਤੋਂ ਵੱਡਾ ਦੁਸ਼ਮਣ ਸਾਡਾ ਪਾਕਿਸਤਾਨ ਹੈ, ਉਹਦੀ ਸਰਹੱਦ ਦੀ ਰਾਖੀ ਜਿਹੜੀ ਕਰਨੀ ਹੈਗੀ ਹੈ। ਲਾਅ ਐਂਡ ਆਰਡਰ ਪਰ ਸੇ ਇਜ਼ ਅ ਸਟੇਟ ਸਬਜੈਕਟ। ਜਦੋਂ ਸਟੇਟ ਦੀਆਂ ਏਜੰਸੀਜ਼ ਨੂੰ ਹਿੰਦੁਸਤਾਨ ਦੀ ਏਜੰਸੀਜ਼ ਮਦਦ ਕਰਨਾ ਚਾਹੁੰਦੀਆਂ ਨੇ ਤੇ ਆ ਪੋਲੀਟੀਕਲ ਪਾਰਟੀਆਂ ਉਹਦੇ ਰਸਤਿਆਂ ਦੇ ਵਿੱਚ ਰੋੜੇ ਅਟਕਾਉਂਦੀਆਂ ਨੇ। ਇਸ ਕਰਕੇ ਮੈਂ ਤੁਹਾਨੂੰ ਕਿਹਾ ਸੀਗਾ ਇਹਦੇ 'ਚ ਕੋਈ ਡਾਊਟ ਨਹੀਂ ਹੈ ਕਿ ਜਿਹੜੇ ਇੰਨੇ ਮੋਡਿਊਲਸ ਇਹਨਾਂ ਨੇ ਹੁਣੇ ਦੱਸ ਰਹੇ ਸੀਗੇ ਸਾਡੇ ਲੋਕ ਕਾਂਗਰਸ ਦੇ ਬੁਲਾਰੇ ਕਿ ਕਿੰਨੇ ਮੋਡਿਊਲ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੇ ਨਲੀਫਾਈ ਕੀਤੇ, ਕਿੰਨੇ ਵੈਪਨਸ ਜਿਹੜੇ ਸੀਜ਼ ਕੀਤੇ ਗਏ, ਆ ਸਾਰੀਆਂ ਗੱਲਾਂ ਸ਼ੋਅ ਕਰਦੀਆਂ ਨੇ। ਸਾਡੀ ਪਾਰਟੀ ਦੇ ਐਡੇ ਵੱਡੇ ਆਗੂ ਬ੍ਰਿਗੇਡੀਅਰ ਗਗਨੇਜਾ ਜੀ ਦਾ ਕਤਲ ਹੋਇਆ, ਉਹਦਾ ਨਹੀਂ ਫੜਿਆ ਗਿਆ। ਇਸ ਕਰਕੇ ਆ ਸਾਰੀਆਂ ਗੱਲਾਂ ਜਿਹੜੀਆਂ ਨੇ ਆ ਸ਼ੋਅ ਕਰਦੀਆਂ ਨੇ ਜਿਹੜੀ ਅੱਜ ਨੱਡਾ ਸਾਹਿਬ ਨੇ ਸੋਈ ਸਾਹਿਬ ਮੈਂ ਮਾਫੀ ਰੋਕ ਰਿਹਾ ਸੁਰੱਖਿਅਤ ਹੈ, ਉਹਦੇ 'ਚ ਬਿਲਕੁਲ ਸਹੀ ਗੱਲ ਹੈਗੀ ਹੈ। ਲਾਅ ਐਂਡ ਆਰਡਰ ਬੀਇੰਗ ਅ ਸਟੇਟ ਸਬਜੈਕਟ, ਜਦੋਂ ਆਪਾਂ ਸਟੇਟ ਦੇ ਵਿੱਚ ਡਰੱਗਸ ਨਹੀਂ ਖਤਮ ਕਰ ਸਕੇ, ਡਰੱਗਸ ਵਿੱਚ ਸਨੈਚਿੰਗਸ ਨਹੀਂ ਖਤਮ ਕਰ ਸਕੇ, ਸਟੇਟ ਦੇ ਵਿੱਚ ਅਸੀਂ ਗੈਂਗਸਟਰ ਕਲਚਰ ਜਿਹੜਾ ਹੈ ਉਹ ਨਹੀਂ ਖਤਮ ਕਰ ਸਕੇ। ਤੁਸੀਂ ਦੇਖਿਆ ਤੇ ਕਿੱਦਾਂ ਸੁੱਖਾ ਕਾਲੋਂ ਕਿੱਦਾਂ ਉਹ ਜਿੰਨੇ ਗੈਂਗਸਟਰਸ ਦੇ ਵਿੱਚ ਮਰਡਰ ਹੋਏ, ਔਰ ਰੋਕੀ ਜਿਹੜਾ ਸੀਗਾ ਫਿਰੋਜ਼ਪੁਰ ਵਾਲੇ ਕਿੰਨੇ ਗੈਂਗਸਟਰ ਦੇ ਵਿੱਚ ਮਰਡਰ ਹੋਏ। ਸੋਈ ਸਾਹਿਬ ਮੇਰਾ ਸਵਾਲ ਹੈ ਕਿ ਕਿਸਾਨ ਮੋਰਚੇ ਦੇ ਵਿੱਚ ਬੀਜੇਪੀ ਨੂੰ ਸੁਰੱਖਿਆ ਸੂਬੇ ਦੀ ਕਿਉਂ ਨਹੀਂ ਯਾਦ ਆਈ? ਉਸ ਵੇਲੇ ਨਹੀਂ ਲੱਗਿਆ ਕਿ ਬਾਰਡਰ ਸਟੇਟ ਹੈ ਔਰ ਕਿਸੇ ਵੇਲੇ ਵੀ ਜੋ ਗੁਆਂਢੀ ਸੂਬਾ ਜੋ ਹਮੇਸ਼ਾ ਸ਼ਰਾਰਤੀ ਜੋ ਤਾਕ ਦੇ ਵਿੱਚ ਰਹਿੰਦਾ ਹੈਗਾ, ਅਨਸਟੇਬਲ ਕਰ ਸਕਦਾ, ਕਿਸਾਨ ਮੋਰਚੇ ਵੇਲੇ ਬੀਜੇਪੀ ਨੇ ਕਾਫੀ ਦੇਰੀ ਨਹੀਂ ਦਿਖਾਈ ਉਸ ਮਸਲੇ ਦੇ ਵਿੱਚ? ਦੇਖੋ, ਜਦੋਂ there are two kind of security which we always talk, ਹੁਣੇ ਵੀ ਮੇਰੇ ਕੋ ਪੈਨਲਿਸਟ ਨੇ ਗੱਲ ਕੀਤੀ ਕਿ ਇੰਟਰਨਲ ਸਿਕਿਉਰਿਟੀ ਐਕਸਟਰਨਲ ਥ੍ਰੈਟ ਹੁੰਦੀ ਹੈ, ਇੱਕ ਇੰਟਰਨਲ ਥ੍ਰੈਟ ਹੁੰਦੀ ਹੈ। ਜਿਹੜੀ ਇੰਟਰਨਲ ਥ੍ਰੈਟ ਹੈਗੀ ਹੈ ਉਹ ਸਟੇਟ ਗਵਰਨਮੈਂਟ ਇਜ਼ ਰਿਸਪੌਂਸਿਬਲ ਫॉर ਦੈਟ। ਜਿਹੜੀ ਐਕਸਟਰਨਲ ਥ੍ਰੈਟ ਹੈਗੀ ਹੈ ਉਹਦੀ ਸੈਂਟਰ ਸਾਡੀ ਬਾਰਡਰ ਸਿਕਿਉਰਿਟੀ ਫੋਰਸਸ ਨੇ, ਸਾਡੀ ਆਰਮ ਫੋਰਸਸ, ਦੇ ਆਰ ਵੈਲ ਇਕਵਿਪਡ। ਤੁਸੀਂ ਦੇਖੋ ਪਿਛਲੇ 7-8 ਵਰਿਆਂ 'ਚ ਕੋਈ ਏਦਾਂ ਦਾ ਘਟਨਾ ਨਹੀਂ ਹੋਈ ਜਿੱਦਾਂ ਦੀਆਂ ਟੈਰਰਿਸਟ ਅਟੈਕਸ, ਬੰਬ ਵੱਜਦੇ ਹੁੰਦੇ ਸੀਗੇ ਸਾਡੇ ਦੇਸ਼ ਦੇ ਵਿੱਚ। ਆ ਜਿਹੜੀਆਂ ਗੱਲਾਂ ਸਾਡੀ ਗਵਰਨਮੈਂਟ ਜਿਹੜੀ ਹੈ ਹਿੰਦੁਸਤਾਨ ਦੀ ਸਰਕਾਰ ਬੜੀ ਮੁਸਤੈਦ ਹੈਗੀ ਹੈ। ਸਾਰੇ ਪਾਕਿਸਤਾਨ ਨੂੰ ਸਬਕ ਬਾਲਾਕੋਟ 'ਚ ਜਾ ਕੇ, ਪਾਕਿਸਤਾਨ ਦੇ ਘਰ 'ਚ ਜਾ ਕੇ ਪਹਿਲੀ ਵਾਰੀ 70-75 ਸਾਲਾਂ 'ਚ ਸਬਕ ਸਿਖਾਇਆ ਗਿਆ ਸੀਗਾ। ਇਸ ਕਰਕੇ ਵੀ ਆਰ ਵੈਲ ਇਕਵਿਪਡ ਟੂ ਹੈਂਡਲ ਦੈਮ। ਉਹ ਅਸੀਂ ਕਰਦੇ ਰਵਾਂਗੇ, ਲੇਕਿਨ ਇੰਟਰਨਲ ਸਿਕਿਉਰਿਟੀ ਜਿਹੜੀ ਸਟੇਟ ਦੀ ਸਿਕਿਉਰਿਟੀ ਹੈ, ਸਟੇਟ ਦੀ ਸਰਕਾਰ ਦਾ ਜ਼ਿੰਮਾ ਹੈ। ਮੈਨੂੰ ਲੱਗਦਾ ਹੈ ਸਟੇਟ ਸਰਕਾਰ ਉਹਦੇ 'ਚ ਨਾਕਾਮਯਾਬ ਰਹੀ ਹੈ ਤੇ ਹੁਣ ਆਉਣ ਵਾਲੀ ਸਰਕਾਰ ਜਿਹੜੀ ਹੋਏਗੀ ਉਹ ਆਪਣੀ ਕਮਰ ਕੱਸ ਕੇ ਜਿਹੜੀ ਸਟੇਟ ਦੇ ਵਿੱਚ ਲਾਅ ਐਂਡ ਆਰਡਰ ਦਾ ਕਾਨੂੰਨ ਦਾ ਰਾਜ ਸਥਾਪਿਤ ਕਰੇਗੀ। ਚਲੋ ਠੀਕ ਹੈ ਸੋਈ ਸਾਹਿਬ। ਗੌਰਵ ਸੰਧੂ ਜੀ ਨੇ ਕਾਂਗਰਸ ਤੋਂ। ਗੌਰਵ ਜੀ, ਇੱਕ ਤਾਂ ਮੈਨੂੰ ਇਹ ਦੱਸੋ ਕਿ ਗੁਜਰਾਤ ਵੀ ਬਾਰਡਰ ਸਟੇਟ ਹੈ, ਰਾਜਸਥਾਨ ਵੀ ਬਾਰਡਰ ਸਟੇਟ ਹੈ। ਕੀ ਗੁਜਰਾਤ ਤੇ ਰਾਜਸਥਾਨ ਦੇ ਵਿੱਚ ਵੀ ਸਿਕਿਉਰਿਟੀ ਇਸ਼ੂ ਜਿਹੜਾ ਉਹ ਸੂਬੇ ਦੇ ਵਿੱਚ ਚੋਣ ਮਸਲਾ ਬਣਦਾ? ਬਿਲਕੁਲ ਨਹੀਂ ਜੀ, ਕਿਉਂਕਿ ਇਹਨਾਂ ਦੀ ਪਾਲਿਸੀ ਰਹਿੰਦੀ ਹੈ ਉਦੋਂ ਉੱਥੇ ਜਾ ਕੇ ਜਿਹੜੀ ਗੁਜਰਾਤ ਦੇ ਵਿੱਚ ਵੀ ਲੋਕਾਂ ਤੋਂ ਇਸੇ ਤਰ੍ਹਾਂ ਹੀ ਵੋਟਾਂ ਬਟੋਰਦੇ ਨੇ। ਇਹੀ ਇਹਨਾਂ ਦੀ ਪਾਲਿਸੀ। ਹਰ ਬਾਰਡਰ ਸਟੇਟ ਛੱਡੋ, ਪੂਰੇ ਦੇਸ਼ 'ਚ ਜਦੋਂ ਦੇਸ਼ ਦੀ ਇਲੈਕਸ਼ਨ ਹੁੰਦੀ ਹੈ ਉਦੋਂ ਵੀ ਇਹਨਾਂ ਨੂੰ ਪਾਕਿਸਤਾਨ ਤੋਂ ਜਾਂ ਹੋਰ ਖਤਰਾ ਹੋ ਜਾਂਦਾ ਹੈ। ਇਹ ਸਿਰਫ ਤੇ ਸਿਰਫ ਇਹਨਾਂ ਦਾ ਬੀਜੇਪੀ ਦਾ ਇਲੈਕਸ਼ਨ ਸਟੰਟ ਹੈ। ਜਾਤ ਪਾਤ 'ਚ ਵੰਡਣਾ, ਹਿੰਦੂ ਮੁਸਲਿਮ 'ਚ ਵੰਡਣਾ, ਸਿੱਖਾਂ 'ਚ ਵੰਡਣਾ, ਇਹੀ ਪੰਜਾਬ ਦੇ ਵਿੱਚ ਇੰਪਲੀਮੈਂਟ ਕਰਨਾ ਚਾਹੁੰਦੇ ਨੇ। ਮੇਰੇ ਭਰਾ ਆਪਣੇ ਸੋਹੀ ਸਾਹਿਬ ਨੇ ਇੱਕ ਗੱਲ ਕੀਤੀ, ਸਿੱਖ ਹੋਣ ਦੇ ਨਾਤੇ ਪੁੱਛੋ ਜੇ ਇੱਕ ਜੱਫੀ ਪਾ ਕੇ ਤੇ ਸਾਡੇ ਗੁਰੂਆਂ ਦਾ ਰਾਹ ਖੁੱਲ ਗਿਆ ਤੇ ਇਹਨਾਂ ਨੂੰ ਉਹ ਚੁੱਭ ਰਿਹਾ ਕਿਉਂਕਿ ਇਹਨਾਂ ਨੂੰ ਤਕਲੀਫ ਹੈ। ਇਹ ਇਸੇ ਆੜ ਦੇ ਵਿੱਚ ਉਹ ਰਸਤਾ ਫਿਰ ਬੰਦ ਕਰਾਉਣਾ ਚਾਹੁੰਦੇ ਨੇ। ਜੇ ਕੋਈ ਜਾ ਕੇ ਆਪਾਂ ਇੱਕ ਮਿੰਟ ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਹੈ ਸੋਈ ਸਾਹਿਬ, ਤੁਸੀਂ ਸਿੱਖ ਹੋਣ ਦੇ ਨਾਤੇ ਅਸੀਂ ਸਿੱਧੂ ਸਾਹਿਬ ਕ੍ਰੈਡਿਟ ਲੈਂਦੇ ਨਹੀਂ। ਨਵਜੋਤ ਸਿੰਘ ਸਿੱਧੂ ਨੇ 10 ਵਾਰ ਕਹਿਤਾ ਕਿ ਮੈਂ ਕ੍ਰੈਡਿਟ ਨਹੀਂ ਲੈਣਾ ਚਾਹੁੰਦਾ, ਪਰ ਤੁਸੀਂ ਇੱਕ ਸਿੱਖ ਹੋਣ ਦੇ ਨਾਤੇ ਸਾਰੇ ਸੋਈ ਸਾਹਿਬ ਥੋੜੀ ਜਿਹੀ ਸ਼ਰਮ ਕਰੋ। ਸਿਰ ਤੇ ਪੱਗ ਬੰਨੀ ਹੋਈ ਹੈ, ਤੁਹਾਨੂੰ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲ੍ਹਾ ਚੁੱਭ ਰਿਹਾ ਹੈ। ਸਿੱਧੂ ਸਾਹਿਬ ਨੇ ਕਿਹਾ 10 ਜੱਫੀਆਂ ਲੰਗਾ ਖੋਲਿਆ। ਮੋਦੀ ਸਾਹਿਬ ਨੇ 84 ਦੇ ਦੰਗਿਆਂ ਨੂੰ ਸਜ਼ਾ ਦਵਾਈ ਹੈ।
ਅਸੀਂ ਮੋਦੀ ਸਾਹਿਬ ਨੇ ਲੰਗਰ ਤੋਂ ਤੁਸੀਂ GST ਇੰਨੀ ਹਟਾਇਆ। ਕਰੋ ਮੋਦੀ ਪਹਿਲਾਂ ਸਾਹਿਬ ਯੂਪੀ ਨੇ ਦੇ ਸਿੱਖਾਂ ਵਿੱਚ ਨੂੰ ਦੇਖੋ, ਕਾਲੀ ਸੂਚੀ ਚੋਂ ਯੂਪੀ ਬਾਹਰ ਦੇ ਕੱਢਿਆ। ਵਿੱਚ ਤੁਸੀਂ ਪਹਿਲਾਂ ਕ੍ਰੈਡਿਟ ਆਪਣੀ ਨਾ ਦਿਓ। ਇੰਟਰਨਲ Please, ਸਿਕਿਉਰਿਟੀ ਤੁਹਾਡੇ ਦੇਖੋ। ਅੱਗੇ ਤੁਹਾਡੇ ਅੱਗੇ ਬੇਨਤੀ ਕਰਦਾ ਮੈਂ। ਚਲੋ ਇਦਾਂ ਇਸ ਤਰੀਕੇ ਨਾਲ ਹੱਥ ਸਮਝ ਨਹੀਂ ਆਏਗਾ ਸੋਈ ਬੇਨਤੀ ਸਾਹਿਬ ਹੈ। ਸੰਧੂ ਸਾਹਿਬ ਸੋਈ ਸਾਹਿਬ ਨਹੀਂ, ਦਾ ਇਲਜ਼ਾਮ ਇਸ ਨਹੀਂ, ਤਰੀਕੇ ਨਾਲ ਸਮਝ ਨਹੀਂ ਆਏਗਾ, ਆਡੀਅנס ਦੇਖ ਰਹੀ ਹੈ ਇਸ ਤਰੀਕੇ ਨਾਲ ਕਿਸੇ ਨੂੰ ਵੀ ਸਮਝ ਨਹੀਂ ਆਏਗਾ। ਉਹ ਮੇਰੀ ਇੱਕ ਮਿੰਟ ਗੱਲ ਸੁਣੋ। ਸੋਈ ਸਾਹਿਬ ਸੰਧੂ ਸਾਹਿਬ ਮੈਂ ਦੋਨਾਂ ਨੂੰ ਬੇਨਤੀ ਕਰਦਾ ਕਿ ਇਸ ਤਰੀਕੇ ਨਾਲ ਕਿਸੇ ਨੂੰ ਵੀ ਸਮਝ ਨਹੀਂ ਆਏਗਾ। ਆਪਾਂ ਡਿਬੇਟ ਤਰੀਕੇ ਨਾਲ ਕਰੀਏ, ਮੇਰੀ ਗੱਲ ਸੁਣ ਆਪਣੀ ਲਓ। ਆਪਣੀ ਵਾਰੀ ਤੇ ਮੋਦੀ ਬੋਲੀਏ। ਸਾਹਿਬ ਦੇਸ਼ ਦੇ ਪ੍ਰਧਾਨ ਮੰਤਰੀ, ਉਹਨਾਂ ਦੇ ਗਲੇ ਦੀ ਹੱਡੀ ਬਣ ਗਿਆ ਪਿਛਲੇ 70 ਸਾਲਾਂ ਚ ਨਹੀਂ ਕਿਸੇ ਨੇ ਬਣਾਉਣ ਵਾਸਤੇ ਪਿਛਲੇ ਉੱਥੋਂ ਇਮਰਾਨ ਖਾਨ ਦੇ ਨੇ ਵਿੱਚ ਫੋਨ ਕਿਸੇ ਕੀਤੇ ਨੇ ਸੀਗੇ। ਲਾਂਘਾ ਕਿਉਂ ਨਹੀਂ ਪਾਕਿਸਤਾਨ ਖਲਵਾਇਆ? ਦੇ ਮੰਤਰੀਆਂ ਨੇ ਪਿਛਲੇ ਕਾਪੀ 70 ਕੀਤੀ ਸਾਲ ਸੀਗੀ। ਆਜ਼ਾਦੀ ਤੋਂ ਕੀ ਬਾਅਦ ਕਰਦੇ? ਜੇ ਸਰਦਾਰ ਨਵਜੋਤ ਸਿੰਘ ਸਿੱਧੂ ਨੂੰ ਦੂਤ ਬਣਾ ਕੇ ਗੁਰੂ ਨਾਨਕ ਪਾਤਸ਼ਾਹ ਨੇ ਭੇਜਿਆ, ਇਹਦੇ ਚ ਕੀ ਗਲਤੀ ਹੋ ਗਈ? ਸ਼ਾਬਾਸ਼, ਵੈਰੀ ਗੁੱਡ। ਮੋਦੀ ਜੀ ਦਾ ਅੱਛਾ ਜੀ, ਉਹਨਾਂ ਨੇ ਕਿਸੇ ਦਾ ਧੀ ਪੁੱਤ ਨਹੀਂ ਮਰਵਾਇਆ ਤੁਹਾਡੇ ਉਹਨਾਂ ਦੀ ਸ਼ਹਾਦਤ ਯੂਪੀ ਦੀ ਸਿਕਿਉਰਿਟੀ ਬੀਜੇਪੀ ਦੀ। ਠੀਕ ਹੈ, ਮੈਂ ਦੋਨਾਂ ਬੁਲਾਰਿਆਂ ਨੂੰ ਬੇਨਤੀ ਕਰਾਂਗਾ, ਬੇਨਤੀ ਕਰਾਂਗਾ ਇਸ ਤਰੀਕੇ ਨਾਲ ਸਮਝ ਨਹੀਂ ਆਏਗਾ। ਆਪਾਂ ਡਿਬੇਟ ਨੂੰ ਡਿਬੇਟ ਤਰੀਕੇ ਨਾਲ ਕਰੀਏ। ਸਰ ਮੈਨੂੰ ਬੋਲ ਲੈਣ ਦਿਓ। ਠੀਕ ਹੈ ਸੰਧੂ ਸਾਹਿਬ ਮੈਂ ਆਉਂਗਾ ਤੁਹਾਡੇ ਕੋਲ। ਜਗਮੋਹਨ ਜੀ ਨੇ PLC ਤੋਂ। ਜਗਮੋਹਨ ਜੀ, ਮੈਂ ਜਾਣਨਾ ਚਾਹੁੰਦਾ ਕਿ ਪਿਛਲੇ ਦਿਨੀ ਜਿਹੜਾ ਉਹ ਫੈਸਲਾ ਲਿਆ ਗਿਆ ਕੇਂਦਰ ਸਰਕਾਰ ਵੱਲੋਂ ਕਿ BSF ਦਾ ਦਾਇਰਾ ਜਿਹੜਾ ਉਹ 15 ਕਿਲੋਮੀਟਰ ਤੋਂ ਵਧਾ ਕੇ 50 ਕਿਲੋਮੀਟਰ ਕੀਤਾ ਗਿਆ ਔਰ 35 ਕਿਲੋਮੀਟਰ ਦਾ ਇਜ਼ਾਫਾ ਕੀਤਾ ਗਿਆ। ਕਿ ਉਸ ਇਜ਼ਾਫੇ ਤੋਂ ਬਾਅਦ ਵੀ ਅਸੁਰੱਖਿਅਤ ਹੋਣ ਦੀ ਕੋਈ ਗੁੰਜਾਇਸ਼ ਬਾਕੀ ਬਚਦੀ ਹੈ? ਇਹ ਦੇਖੋ, ਗੱਲ ਇਹ ਆ ਕਿ ਉਸ ਸਿਕਿਉਰਿਟੀ ਥ੍ਰੈਟ ਨੂੰ ਐਪਰੀਹੈਂਡ ਕਰਦਿਆਂ ਹੋਇਆਂ ਜਿਹੜਾ BSF ਐਕਟ ਹੈਗਾ ਉਸ ਦੇ ਤਹਿਤ ਟੈਰੀਟੋਰੀਅਲ ਜੁਰਿਸਡਿਕਸ਼ਨ ਉਹਦੀ ਇਨਕਰੀਜ਼ ਕੀਤੀ ਗਈ ਆ। ਪਰ ਉਹਦਾ ਮਤਲਬ ਇਹ ਨਹੀਂ ਹੈਗਾ ਕਿ ਜਿਹੜੀ ਪੰਜਾਬ ਸਰਕਾਰ ਦੀ ਇੰਟਰਨਲ ਜਿਹੜੀ ਸਿਕਿਉਰਿਟੀ ਦਾ ਲਾਅ ਐਂਡ ਆਰਡਰ ਦਾ ਉਹਨਾਂ ਨੇ ਕੋਈ ਟੇਕ ਅਪ ਕਰ ਲੈਣਾ। BSF ਐਕਟ ਦੇ ਥੱਲੇ ਜਿਹੜੀਆਂ ਉਹਨਾਂ ਦੀਆਂ ਆਫੀਸ਼ੀਅਲ ਡਿਊਟੀਆਂ ਨੇ, ਟੂ ਕਰਬ ਦੀ ਸਮਗਲਿੰਗ, ਨਾਰਕੋਟਿਕਸ ਜਾਂ ਟੈਰਰਿਸਟ ਐਕਟੀਵਿਟੀਜ਼ ਜਾਂ ਕੋਈ RDX, ਉਹਨਾਂ ਦਾ ਜੋ BSF ਐਕਟ ਦੇ ਥੱਲੇ ਡਿਊਟੀਆਂ ਨੇ, ਉਹਨਾਂ ਨੇ ਸਿਰਫ ਉਹ ਡਿਊਟੀਆਂ ਨੂੰ ਹੀ 50 ਕਿਲੋਮੀਟਰ ਤੱਕ ਵਾਚ ਕਰਨਾ। ਇਹਦਾ ਮਤਲਬ ਇਹ ਨਹੀਂ ਹੈ ਕਿ 50 ਕਿਲੋਮੀਟਰ ਤੱਕ ਜਿਹੜਾ ਯੂਜੂਅਲ ਲਾਅ ਐਂਡ ਆਰਡਰ ਆ ਸਟੇਟ ਗਵਰਨਮੈਂਟ ਦਾ ਉਹਨਾਂ ਨੇ ਉਹ ਟੇਕ ਅਪ ਕਰ ਦੇਣਾ। ਸੋ ਉਸ ਦੇ ਨਾਲ ਕੀ ਹੋਇਆ ਕਿ ਹੁਣ ਦੇਖੋ ਕਿ ਮੈਂ ਜਿਹੜੀ ਗੱਲ ਕਹਿ ਰਿਹਾ ਸੀ ਬਾਰ-ਬਾਰ, ਗੱਲ ਗੁਜਰਾਤ ਦੀ ਨਹੀਂ ਹੈ, ਗੱਲ ਰਾਜਸਥਾਨ ਦੀ ਨਹੀਂ ਹੈ। ਮੈਂ ਇਹ ਕਹਿ ਰਿਹਾ ਸੀ ਕਿ ਸਾਡੀ ਜਿਹੜੀ ਪੋਲਿਟੀ ਹੈ, ਜਦੋਂ ਇਲੈਕਸ਼ਨ 'ਚ ਆਉਂਦੀਆਂ ਨੇ ਸਾਡਾ ਸਾਰਾ ਫੋਕਸ ਇਲੈਕਸ਼ਨਸ ਦੇ ਉੱਤੇ ਹੋ ਜਾਂਦਾ। ਇਸ ਕਾਰਨ ਜਿਹੜਾ ਹੈਗਾ ਇੰਟਰਨਲ ਸਿਕਿਉਰਿਟੀ ਜਿਹੜੀ ਹੈ, ਸਾਰੀ ਸਾਡੀ ਫੋਰਸ ਜਿਹੜੀ ਆ ਉਹ ਸਾਡੇ ਜਿਹੜੇ ਲੀਡਰਸ ਕੰਟੈਸਟ ਕਰ ਰਹੇ ਹੁੰਦੇ ਆ ਉਹਨਾਂ ਵੱਲੋਂ ਹੋ ਜਾਂਦੀ ਆ। ਤੇ ਸਾਡਾ ਜਿਹੜਾ ਹੈਗਾ ਨਾ ਜੀ, ਬਾਕੀ ਜਿਹੜੇ ਇਨਿਮਿਕਲ ਫੋਰਸਿਸ ਨੇ, ਜਿਹੜੀਆਂ ਬਾਹਰ ਦੀਆਂ ਫੋਰਸਿਸ ਨੇ ਜਿਹੜੀਆਂ ਸਾਨੂੰ ਅਨਸਟੇਬਲ ਕਰਨਾ ਚਾਹੁੰਦੀਆਂ ਨੇ, ਉਹਨਾਂ ਨੂੰ ਇੱਕ ਸੌਫਟ ਪੀਰੀਅਡ ਮਿਲ ਜਾਂਦਾ। ਇਸੇ ਸੌਫਟ ਪੀਰੀਅਡ ਦੇ ਵਿੱਚ ਤੁਸੀਂ ਖੁਦ ਦੇਖੋ ਕਿ ਜਿਹੜੇ ਤਾਮਿਲਨਾਡੂ ਦੇ ਵਿੱਚ ਸ਼੍ਰੀ ਰਾਜੀਵ ਗਾਂਧੀ ਜੀ ਸਵਰਗੀ ਪ੍ਰਧਾਨ ਮੰਤਰੀ ਸੀ, ਉਹ ਅਨਫੋਰਚੂਨੇਟਲੀ ਜਿਹੜਾ ਅਸੀਂ ਟਾਰਗੇਟ ਹੋ ਗਏ ਸੀ। ਤਾਂ ਉਹ ਵੀ ਤਾਂ ਇਲੈਕਸ਼ਨ ਹੀ ਸੀ। ਤਾਂ ਸਾਨੂੰ ਇਸ ਨੂੰ ਇਸ ਤਰ੍ਹਾਂ ਨਹੀਂ ਦੇਖਣਾ ਚਾਹੀਦਾ ਕਿ ਪੰਜਾਬ ਦੇ ਵਿੱਚ ਇਲੈਕਸ਼ਨ ਹੈ ਇਸ ਕਰਕੇ ਸਿਕਿਉਰਿਟੀ ਮੁੱਦਾ। ਪੰਜਾਬ ਦੇ ਵਿੱਚ ਜਿੰਨੇ ਵੀ ਰਾਜਸਥਾਨ 'ਚ ਜਾਂ ਕਿਸੇ ਵੀ ਸਟੇਟ ਦੇ ਵਿੱਚ ਇਲੈਕਸ਼ਨ ਹੋਏਗੀ ਤਾਂ ਇਹਦੇ ਚਾਂਸਸ ਵੱਧ ਜਾਣ ਕਾਰਨ ਇਹ ਕੌਸ਼ਨ ਜਿਹੜਾ ਹੈ, ਇੱਕ ਅਸੀਂ ਸਾਵਧਾਨੀ ਜਿਹੜੀ ਹੈਗੀ ਆ ਉਸ ਦੇ ਕਾਰਨ ਜਿਹੜਾ ਹੈਗਾ ਇਹ ਧਿਆਨ ਦੇ ਵਿੱਚ ਲੈ ਕੇ ਆ ਰਹੇ ਹਾਂ। ਸਮਝਣਾ ਇਹ ਚਾਹ ਰਿਹਾ ਕਿਉਂਕਿ JP ਨੱਡਾ ਨੇ ਜੋ ਬਿਆਨ ਦਿੱਤਾ ਅੱਜ, ਉਹਨਾਂ ਨੇ ਕਿਹਾ ਕਿ ਸਾਡੀ ਪਾਰਟੀ ਸਥਿਰ ਸਰਕਾਰ ਦੇਵੇਗੀ। ਇੱਕ ਤਰ੍ਹਾਂ ਇਸ਼ਾਰਾ ਸੀ, ਤੁਸੀਂ ਇਲੈਕਸ਼ਨਸ ਦੀ ਗੱਲ ਕਰ ਰਹੇ ਹੋ, ਉਹ ਪੋਸਟ ਇਲੈਕਸ਼ਨ ਦੀ ਗੱਲ ਕਰ ਰਹੇ ਨੇ। ਹਾਂ, ਮੈਂ ਉਹਦੀ ਵੀ ਗੱਲ ਕਰਦਾ ਜੀ। ਕੋਈ ਵੀ ਵਿਕਾਸ ਆ, ਚਾਹੇ ਪਰਿਵਾਰ ਦਾ ਹੀ ਵਿਕਾਸ ਆ, ਚਾਹੇ ਕਿਸੇ ਸ਼ਹਿਰ ਦਾ ਵਿਕਾਸ ਆ, ਜਿੰਨੀ ਦੇਰ ਤੱਕ ਪੀਸ ਜਿਹੜੀ ਹੈ ਤੇ ਜਿਹੜੀ ਸਦਭਾਵਨਾ ਹੈ ਭਾਈਚਾਰਕ, ਜਿੰਨੀ ਦੇਰ ਤੱਕ ਉਹ ਨਹੀਂ ਬਣੇਗੀ ਅਸੀਂ ਅਗਲੇ ਵਿਕਾਸ ਵੱਲ ਨੂੰ ਤੁਰ ਨਹੀਂ ਪਾਵਾਂਗੇ। ਕੋਈ ਘਰ ਵੀ ਜਗਮੋਹਨ ਜੀ ਤੁਹਾਡੀ ਆਵਾਜ਼ ਨਹੀਂ ਆ ਪਾ ਰਹੀ ਮੇਰੇ ਕੋਲ। ਮੈਂ ਇਹ ਕਹਿ ਰਿਹਾ ਕਿ ਆਪਾਂ ਨੂੰ ਜਿਹੜਾ ਹੈਗਾ ਇਹ ਜਿਹੜਾ ਸ਼ਾਂਤੀ ਔਰ ਕਮਿਊਨਲ ਜਿਹੜਾ ਹੈ ਸਦਭਾਵਨਾ ਉਸ ਨੂੰ ਬਣਾਈ ਰੱਖਣਾ ਚਾਹੁੰਦਾ। ਮੈਂ ਹੁਣ ਤੁਹਾਨੂੰ ਇੱਕ ਹੋਰ ਉਦਾਹਰਨ ਦਿੰਦਾ ਕਿ ਦੇਖੋ ਪੰਜਾਬ ਦੇ ਵਿੱਚ ਕਾਂਗਰਸੀ ਸਰਕਾਰ ਆ, ਮਲੇਰਕੋਟਲੇ ਦੇ ਵਿੱਚ 2 ਭਾਈਚਾਰੇ ਰਹਿੰਦੇ ਆ। ਉਹਨਾਂ 2 ਭਾਈਚਾਰਿਆਂ ਦੇ ਵਿੱਚ ਅਗਰ ਕੋਈ ਕਿਸੇ ਤਰ੍ਹਾਂ ਦੀ ਡਿਸਹਾਰਮਨੀ ਹੋਈ ਆ ਤਾਂ ਕਾਂਗਰਸ ਦੀ ਸਰਕਾਰ ਨੇ ਆਪ ਹੀ FIR ਰਜਿਸਟਰ ਕੀਤੀ ਆ। ਤਾਂ ਕਮਿਊਨਲ ਹਾਰਮਨੀ ਬਣਾਉਣਾ ਔਰ ਪੀਸ ਜਿਹੜੀ ਹੈ ਕਿਸੇ ਸਟੇਟ ਵਿੱਚ, ਕਿਸੇ ਨੇਸ਼ਨ ਦੇ ਵਿੱਚ, ਕਿਸੇ ਮੁਹੱਲੇ ਦੇ ਵਿੱਚ, ਕਿਸੇ ਪਰਿਵਾਰ ਦੇ ਵਿੱਚ ਹੋਣ ਦੇ ਨਾਲ ਹੀ ਵਿਕਾਸ ਅੱਗੇ ਚੱਲੇਗਾ। ਜੇ ਇਸ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਡਿਸਹਾਰਮਨੀਜ਼ ਹੋਣਗੀਆਂ ਜਾਂ ਪੀਸ ਜਿਹੜੀ ਆ ਥ੍ਰੈਟਨਡ ਹੋਏਗੀ ਤਾਂ ਬਾਕੀ ਵਿਕਾਸ ਸਾਰੇ ਜਿਹੜੇ ਆ ਉਹ ਪ੍ਰਸ਼ਨਾਂ ਦੇ ਘੇਰੇ ਥੱਲੇ ਆ ਜਾਂਦੇ ਆ। ਨਹੀਂ, ਤੁਹਾਡਾ ਕਹਿਣ ਦਾ ਮਤਲਬ ਹੈ ਕਿ ਸੂਬੇ ਦੀ ਕਮਿਊਨਲ ਹਾਰਮੋਨੀ ਹੈ ਜਿਹੜਾ ਉਸ ਨੂੰ ਖਤਰਾ ਰਿਹਾ, ਕਿਤੇ ਨਾ ਕਿਤੇ ਅਸੁਰੱਖਿਅਤ ਰਹੀ ਹੈ।
ਨਹੀਂ, ਇਹਦਾ ਸਥਾਨ ਜਿਹੜਾ ਹੈਗਾ ਨਾ ਜੀ, ਮਹੱਤਵਪੂਰਨ ਸਥਾਨ ਆ, ਪਹਿਲ ਸਥਾਨ ਇਸ ਦਾ। ਉਸ ਤੋਂ ਬਾਅਦ ਅਸੀਂ ਬਾਕੀ ਮੁੱਦੇ ਵੀ ਇੰਪੋਰਟੈਂਟ ਨੇ। ਇਹ ਨਹੀਂ ਹੈ ਇੰਪਲੋਇਮੈਂਟ ਦਾ ਹੈ, ਨੌਜਵਾਨਾਂ ਦਾ ਹੈ, ਫਾਰਮਰਸ ਦਾ ਹੈ, ਸਾਰੇ ਮੁੱਦੇ ਇੰਪੋਰਟੈਂਟ ਨੇ। ਪਰ ਇਹ ਸਾਰਾ ਕੁਝ ਅਸੀਂ ਤਾਂ ਇਹਨੂੰ ਰਿਮੂਵ ਕਰ ਪਾਵਾਂਗੇ ਜੇਕਰ ਅਸੀਂ ਕਮਿਊਨਲ ਹਾਰਮਨੀ ਔਰ ਜਿਹੜੀ ਸਾਡੀ ਪੀਸ ਹੈਗੀ ਆ ਉਸ ਨੂੰ ਅਸੀਂ ਮੇਨਟੇਨ ਕਰ ਪਾਵਾਂਗੇ। ਅੱਛਾ ਕ੍ਰਿਸ਼ਨਪਾਲ ਜੀ, ਮੈਂ ਤੁਹਾਡੇ ਕੋਲ ਆਉਂਗਾ। ਜਿਵੇਂ ਹੁਣ ਭਾਜਪਾ ਦੇ ਬੁਲਾਰੇ ਔਰ ਪੰਜਾਬ ਲੋਕ ਕਾਂਗਰਸ ਦੇ ਬੁਲਾਰੇ ਕਹਿ ਰਹੇ ਨੇ ਕਿ ਦੋ ਚੀਜ਼ਾਂ ਨੇ, ਇੱਕ ਨੈਸ਼ਨਲ ਸਿਕਿਉਰਿਟੀ ਹੁੰਦੀ ਹੈ, ਇੱਕ ਇੰਟਰਨਲ ਸਿਕਿਉਰਿਟੀ ਹੁੰਦੀ ਹੈ। ਤਾਂ ਉਹ ਕਹਿ ਰਹੇ ਨੇ ਕਿ ਨੈਸ਼ਨਲ ਸਿਕਿਉਰਿਟੀ ਜਿਹੜੀ ਨੈਸ਼ਨਲ ਏਜੰਸੀਜ਼ ਦੇ ਕੋਲ ਹੈ ਉਹ ਆਪਣਾ ਕੰਮ ਕਰ ਰਹੀਆਂ ਨੇ, ਪਰ ਕਿਤੇ ਨਾ ਕਿਤੇ ਜੋ ਇੰਟਰਨਲ ਜੋ ਸਿਕਿਉਰਿਟੀ ਹੈ, ਕਮਿਊਨਲ ਹਾਰਮੋਨੀ ਦੀ ਗੱਲ ਹੋ ਰਹੀ ਹੈ, ਉਸ ਨੂੰ ਜੋ ਖਤਰਾ ਹੈਗਾ। ਸਹਿਮਤ ਹੋ ਇਸ ਬਿਆਨ ਦੇ ਨਾਲ? ਬਲਦੀਪ ਜੀ, ਜਿੱਥੋਂ ਤੱਕ ਮੈਂ ਵੀ ਡਿਬੇਟ ਦੇ ਸ਼ੁਰੂ ਚ ਇਹੀ ਗੱਲ ਕਹੀ ਸੀ ਵੀ ਦੋ ਤਰ੍ਹਾਂ ਦੇ ਹੈਗੇ, ਇੱਕ ਸੈਂਟਰ ਨੇ ਆਪਣੇ ਫਰਜ਼ ਅਦਾ ਕਰਨਾ, ਇੱਕ ਸਟੇਟ ਨੇ ਕਰਨਾ। ਮੈਂ ਸਮਝਦਾ ਵੀ ਜਿਹੜੀ ਬਾਹਰੀ ਕੋਈ ਖਤਰਾ ਉਹ ਬਾਹਰ ਉਹ ਏਜੰਸੀਆਂ ਸੈਂਟਰ ਦੇ ਅਧੀਨ ਹੈ, ਉਹ ਆਪਣਾ ਕੰਮ ਕਰਨ। ਪਰੰਤੂ ਸੂਬੇ ਦੇ ਅੰਦਰ ਜੋ ਅੱਜ ਸਿਸਟਮ ਬਣਿਆ ਹੋਇਆ ਹੈ, ਜਿਸ ਤਰ੍ਹਾਂ ਦਾ ਗੈਂਗਸਟਰ ਕਲਚਰ ਅੱਜ ਡਿਵੈਲਪ ਹੋਇਆ, ਜਿਸ ਤਰ੍ਹਾਂ ਦੇ ਅੱਜ ਹਾਲਾਤ ਪੰਜਾਬ 'ਚ ਪੈਦਾ ਹੋਏ ਆ, ਜਿਨ੍ਹਾਂ ਲਾਅ ਐਂਡ ਆਰਡਰ ਮੇਨਟੇਨ ਕਰਨ ਸਰਕਾਰ ਬੁਰੀ ਤਰ੍ਹਾਂ ਫੇਲ ਹੋਈ ਹੈ, ਇਹ ਮੁੱਦੇ ਦੋ ਅੱਡ-ਅੱਡ ਮੁੱਦੇ ਆ। ਮੈਂ ਸਮਝਦਾ ਵੀ ਸੂਬਾ ਸਰਕਾਰ ਦਾ ਜਿਹੜਾ ਫੇਲੀਅਰ ਹੈ, ਇਸ ਸਮੇਂ ਸੂਬਾ ਸਰਕਾਰ ਦੀ ਚੋਣ ਕਰਨ ਜਾ ਰਹੇ ਹਾਂ ਅਸੀਂ ਸੈਂਟਰ ਸਰਕਾਰ ਦੀ ਚੋਣ ਕਰਨ ਨਹੀਂ ਜਾ ਰਹੇ। ਮੈਂ ਇਸ ਡਿਬੇਟ ਤੋਂ ਸਾਰੀ ਚੋਂ ਇਹੀ ਸਮਝਣਾ ਚਾਹ ਰਿਹਾ ਕਿ ਜੇਪੀ ਨੱਡਾ ਜੋ ਸੂਬਾ ਸਰਕਾਰ ਦੀ ਫੇਲੀਅਰ ਦੀ ਗੱਲ ਕਰ ਰਹੇ ਨੇ ਜਾਂ ਜੋ ਐਕਸਟਰਨਲ ਥ੍ਰੈਟ ਹੈਗਾ, ਜੋ ਨੈਸ਼ਨਲ ਸਿਕਿਉਰਿਟੀ ਹੈ, ਉਸ ਦੀ ਗੱਲ ਕਰ ਰਹੇ ਨੇ। ਕਿਉਂਕਿ ਜਦੋਂ ਇਹ ਗੱਲ ਕਹਿ ਰਹੇ ਨੇ ਕਿ ਪੰਜਾਬ ਸੁਰੱਖਿਅਤ ਹੋਏਗਾ ਤਾਂ ਪੂਰਾ ਦੇਸ਼ ਸੁਰੱਖਿਅਤ ਹੋਏਗਾ, ਤਾਂ ਇਸ ਦੇ ਵਿੱਚ ਤਾਂ ਨੈਸ਼ਨਲ ਸਿਕਿਉਰਿਟੀ ਦਾ ਜ਼ਿਕਰ ਹੋ ਰਿਹਾ ਨਾ। ਬਲਦੀਪ ਜੀ, ਦੇਸ਼ ਦਾ ਕੋਈ ਵੀ ਹਿੱਸਾ, ਇਕੱਲਾ ਪੰਜਾਬ ਨਹੀਂ, ਜੇ ਦੇਸ਼ ਦਾ ਕੋਈ ਵੀ ਇੱਕ ਜੀਵ ਵੀ ਅਗਰ ਸੁਰੱਖਿਅਤ ਹੈ ਤਾਂ ਮੈਂ ਸਮਝਦਾ ਵੀ ਦੇਸ਼ ਸੁਰੱਖਿਅਤ ਨਹੀਂ ਹੈ। ਇਸ ਕਰਕੇ ਜਿਹੜੀ ਅੱਜ ਅਸੀਂ ਸੂਬਾ ਸਰਕਾਰ ਦੀ ਚੋਣ ਕਰਨੀ ਹੈ, ਸੂਬਾ ਸਰਕਾਰ ਦੀ ਚੋਣ ਸਮੇਂ ਮੈਂ ਸਮਝਦਾ, ਮੈਂ ਪਹਿਲਾਂ ਵੀ ਬੇਨਤੀ ਕੀਤੀ ਸੀ, ਮੈਂ ਦੁਬਾਰੇ ਫੇਰ ਉਹ ਗੱਲ ਦੁਹਰਾ ਰਿਹਾ ਕਿ ਸੈਂਟਰ ਦੀ ਏਜੰਸੀਆਂ ਆਪਣਾ ਕੰਮ ਕਰਨ, ਸੈਂਟਰ ਕੰਟਰੋਲ ਕਰੇ। ਸੂਬਾ ਪੱਧਰ ਤੇ ਆਪਣਾ ਹੋਣਾ ਚਾਹੀਦਾ, ਜਿਹਦੇ ਸੂਬਾ ਪੱਧਰ ਦੀ ਤਾਂ ਆਪਾਂ ਹਾਲਾਤ ਦੇਖ ਹੀ ਰਹੇ ਹਾਂ। ਲਾਅ ਐਂਡ ਆਰਡਰ ਮੇਨਟੇਨ ਕਰਨਾ, ਜੋ ਮੇਰੇ ਕੋ ਪੈਨਲਿਸਟ ਨੇ ਕਿਹਾ ਕਿ ਸ਼ਾਂਤੀ ਔਰ ਸਦਭਾਵਨਾ ਹੋਣੀ ਚਾਹੀਦੀ ਹੈ, ਇਹ ਬਿਲਕੁਲ ਠੀਕ ਹੈ। ਪਹਿਲ ਸਭ ਤੋਂ ਪਹਿਲਾ ਕੰਮ ਹੀ ਇਹੀ ਹੈ। ਜੇ ਸਾਡਾ ਭਾਈਚਾਰਾ ਨਾ ਰਿਹਾ ਤਾਂ ਸਾਰਾ ਕੰਮ ਖਤਮ ਹੋ ਜਾਏਗਾ, ਡਿਵੈਲਪਮੈਂਟ ਉੱਥੇ ਕੋਈ ਇਸ਼ੂ ਨਹੀਂ ਫਿਰ ਬਣਦਾ। ਪਰੰਤੂ ਸਵਾਲ ਪੈਦਾ ਇਹ ਹੁੰਦਾ ਹੈ ਵੀ ਸੂਬੇ ਦੇ ਅੰਦਰ ਲਾਅ ਐਂਡ ਆਰਡਰ ਮੇਨਟੇਨ ਕਰਨਾ ਕਿਸ ਦੀ ਜ਼ਿੰਮੇਵਾਰੀ ਹੈ, ਕੌਣ ਉਸ ਜ਼ਿੰਮੇਵਾਰੀ ਨੂੰ ਪੂਰਾ ਕਰਨ ਚ ਨਾਕਾਮ ਸਿੱਧ ਹੋਇਆ। ਅੱਜ ਪੰਜਾਬ ਦੇ ਅੰਦਰ ਹਾਲਾਤ ਇਹ ਹੈ ਕਿ ਕਿਸੇ ਵੀ ਜਿਹੜੀ ਸਰਕਾਰ ਹੈ, ਸਰਕਾਰ ਦਾ ਜਿਹੜੇ ਪੌਣੇ 5 ਸਾਲ ਇਸ ਕਰਕੇ ਕੱਢਦੇ ਸੀ, ਮੈਂ ਕਈ ਡਿਬੇਟ 'ਚ ਕਹਿ ਚੁੱਕਿਆ, ਦੁਬਾਰਾ ਉਹ ਗੱਲ ਰਿਪੀਟ ਕਰਨ 'ਚ ਬਹੁਤਾ ਵਜਨ ਨਹੀਂ ਬਣਦਾ ਕਿ ਸੂਬਾ ਸਰਕਾਰ ਪੌਣੇ 5 ਸਾਲ ਦਾ ਰਿਕਾਰਡ ਜਿਹੜਾ ਉਹ ਦੇਣ ਤੋਂ ਫੇਰ ਪਿੱਛੇ ਹਟ ਗਈ ਕਿ ਉਹ ਤਾਂ ਸਾਡਾ ਫੇਲ ਹੈ ਕੰਮ। 111 ਦਿਨ ਦਾ ਹਿਸਾਬ ਦਿੰਦੇ ਆ 60 ਮਹੀਨਿਆਂ 'ਚ। 60 ਮਹੀਨੇ ਲੋਕਾਂ ਨੇ ਤੁਹਾਨੂੰ ਦਿੱਤੇ ਸੀ, ਤੁਸੀਂ ਸਟੇਬਿਲਿਟੀ ਵੀ ਪੈਦਾ ਕਰਨੀ ਸੀ, ਤੁਸੀਂ ਰੁਜ਼ਗਾਰ ਵੀ ਦੇਣੇ ਸੀ, ਤੁਸੀਂ ਬਿਜਲੀ ਸਸਤੀ ਦੇਣੀ ਸੀ, ਤੁਸੀਂ ਕਰਜ਼ੇ ਮਾਫ ਕਰਨੇ ਸੀ। ਤੁਸੀਂ ਦੱਸੋ ਮੈਨੂੰ ਕੋਈ ਇੱਕ, ਮੈਂ ਸਿੰਪਲ ਸਵਾਲ ਕਰਦਾ ਕਿ ਕੋਈ ਇੱਕ ਲੈਂਡਮਾਰਕ ਸਰਕਾਰ ਦੱਸ ਦੇਵੇ ਵੀ ਅਸੀਂ 5 ਸਾਲਾਂ 'ਚ ਇਹ ਸੜਕ ਬਣਾਈ ਹੈ, ਇਹ ਹਸਪਤਾਲ ਬਣਾਇਆ, ਇਹ ਹਵਾਈ ਅੱਡਾ ਬਣਾਇਆ, ਇਹ ਸਰਕਾਰੀ ਸਕੂਲ ਬਣਾਇਆ, ਸਰਕਾਰੀ ਕਾਲਜ ਬਣਾਇਆ। ਅੱਜ ਮੁੱਦੇ ਇਹ ਹੈ, ਤੁਸੀਂ ਪੰਜਾਬ 'ਚ ਕੋਈ ਇੱਕ ਲੈਂਡਮਾਰਕ ਮੈਨੂੰ ਸਰਕਾਰ ਦੱਸੇ ਕਿ ਅਸੀਂ ਇਹ ਕੀਤਾ। ਉਹ ਕੋਈ ਲੈਂਡਮਾਰਕ ਨਹੀਂ। ਗੱਲ ਕੀ ਕਰਦੇ ਆ ਕਿ ਉਹਨੂੰ ਮੁੱਖ ਮੰਤਰੀ ਬਣਨਾ ਹੈ ਜੀ, ਉਹਨੇ ਨਹੀਂ ਬਣਨਾ। ਮੈਂ ਉਹੀ ਸ਼ਰਮਾ ਜੀ ਉਹੀ ਕਹਿ ਰਿਹਾ ਨਾ ਕਿ ਇਹਨਾਂ ਮਸਲਿਆਂ ਦੇ ਉੱਪਰ ਗੱਲ ਹੋਣੀ ਚਾਹੀਦੀ ਹੈ, ਪਰ ਕੀ ਇਹ ਜੋ ਜਿਵੇਂ ਬੀਜੇਪੀ ਨੇ ਮਸਲਾ ਛੇੜਿਆ ਕਿ ਨੈਸ਼ਨਲ ਸਿਕਿਉਰਿਟੀ ਦਾ, ਕਿ ਇਸ ਦੀ ਆੜ ਦੇ ਵਿੱਚ ਮਸਲੇ ਦੱਬੇ ਤਾਂ ਨਹੀਂ ਜਾਣਗੇ? ਮੈਂ ਤਾਂ ਖੁਦ ਕਹਿ ਰਿਹਾ ਕਿ ਇਹ ਗੱਲ ਹੋਣੀ ਚਾਹੀਦੀ ਹੈ। ਮਸਲੇ ਬਲਦੀਪ ਜੀ ਦੱਬੇ ਨਹੀਂ ਜਾਣੇ ਚਾਹੀਦੇ। ਮੈਂ ਵੀ ਸ਼ੁਰੂ 'ਚ ਇਹ ਗੱਲ ਕਹੀ ਸੀ, ਮਸਲੇ ਨਹੀਂ ਦੱਬੇ ਜਾਣੇ ਚਾਹੀਦੇ। ਜਿਹੜੀ ਸਿਕਿਉਰਿਟੀ ਦਾ ਮਸਲਾ, ਨੈਸ਼ਨਲ ਸਿਕਿਉਰਿਟੀ ਦਾ ਇੰਤਜ਼ਾਮ ਸੈਂਟਰ ਸਰਕਾਰ ਕਰੇ। ਇਸ ਇਸ਼ੂ ਤੇ ਸਾਡੇ ਮੁੱਦੇ ਨਾ ਦੱਬੇ ਜਾਣ। ਕੀ ਇਹ ਚੋਣ ਕੈਂਪੇਨ 'ਚ ਹੋਣਾ ਚਾਹੀਦਾ ਮਸਲਾ? ਸ਼ਰਮਾ ਜੀ, ਕੀ ਇਹ ਚੋਣ ਕੈਂਪੇਨ 'ਚ ਮਸਲਾ ਹੋਣਾ ਚਾਹੀਦਾ ਕਿਸੇ ਵੀ ਪਾਰਟੀ ਦਾ? ਕਿਸੇ ਵੀ ਪਾਰਟੀ ਦਾ ਮੈਂ ਗੱਲ ਕਰ ਰਿਹਾ। ਦੇਖੋ, ਸ਼ਾਂਤੀ ਔਰ ਸੁਰੱਖਿਆ ਜ਼ਰੂਰੀ ਹੈ, ਇਹਦੇ 'ਚ ਕੋਈ ਦੋ ਰਾਏ ਨਹੀਂ। ਉਹ ਮਸਲਾ, ਪਰ ਕੀ ਸੂਬਾ ਸਰਕਾਰ ਨੇ ਬਾਹਰ ਦੀ ਸੁਰੱਖਿਆ ਕਰਨੀ ਹੈ ਜਾ ਕੇ? ਸੂਬਾ ਸਰਕਾਰ ਨੇ ਇੰਟਰਨਲ ਕਰਨਾ ਹੈ। ਜਿਸ ਮਾਮਲੇ ਦੇ ਸਟੇਟ ਗਵਰਨਮੈਂਟ ਟੋਟਲ ਫੇਲ ਹੋਈ ਹੈ, ਸੂਬਾ ਸਰਕਾਰ ਲਾਅ ਐਂਡ ਆਰਡਰ ਮੇਨਟੇਨ ਕਰਨ 'ਚ ਵੀ ਅੱਜ ਪੰਜਾਬ 'ਚ ਫੇਲ ਹੋਈ ਹੈ। ਇਸੇ ਦਾ ਜਵਾਬ ਲੈਣੇ ਆ। ਗੌਰਵ ਸੰਧੂ ਜੀ ਉਹ ਕਹਿ ਰਹੇ ਨੇ ਕਿ ਸੂਬਾ ਸਰਕਾਰ ਟੋਟਲੀ ਫੇਲ ਹੈ ਲਾਅ ਐਂਡ ਆਰਡਰ ਮੇਨਟੇਨ ਕਰਨ ਲਈ, ਇਸ ਕਰਕੇ ਹੁਣ ਇਹ ਨੈਸ਼ਨਲ ਜੋ ਸਿਕਿਉਰਿਟੀ ਦਾ, ਜਾਂ ਆਪਾਂ ਕਹਿ ਲਈਏ ਕਿ ਸਿਕਿਉਰਿਟੀ ਦਾ ਇਸ਼ੂ ਜਿਹੜਾ ਖੜਾ ਹੋ ਰਿਹਾ। ਸਰ, ਮੈਂ ਪਹਿਲਾਂ ਤਾਂ ਸਾਡੇ ਅਕਾਲੀ ਦਲ ਦੇ ਸਾਥੀ ਸਾਹਿਬ ਨੂੰ ਇਹ ਪੁੱਛਣਾ ਚਾਹੁੰਦਾ, ਜਿਹੜੇ 10 ਸਾਲ ਪਿੱਛੇ ਤੁਸੀਂ ਕੱਢੇ ਨੇ, ਉਹਨਾਂ 'ਚ ਤੁਹਾਡੀ ਲਾਅ ਐਂਡ ਸਿਕਿਉਰਿਟੀ ਕਿੱਥੇ ਸੀ? ਤੁਹਾਡੇ ਆਪਣੇ ਅਕਾਲੀ ਦਲ ਦੇ ਬੰਦੇ ਪੁਲਿਸ ਇੰਸਪੈਕਟਰ ਨੂੰ ਮਾਰ ਦਿੰਦੇ ਨੇ,
ਠੀਕ ਹੈ। ਇੱਕ ਬੱਚੀ ਇੰਡੋ ਕੈਨੇਡੀਅਨ ਜਿਹੜੀ ਇਹਨਾਂ ਦੀ ਬੱਸ ਹੈ, ਆਪਣਾ ਬਾਦਲਾਂ ਦੀਆਂ ਬੱਸਾਂ, ਉਹਨਾਂ 'ਚ ਧੱਕਾ ਦੇ ਕੇ ਸਿੱਟ ਦਿੱਤੀ ਜਾਂਦੀ ਹੈ। ਠੀਕ ਹੈ। ਉਹ ਆਪਣਾ ਸਬ ਇੰਸਪੈਕਟਰ ਉੱਥੇ ਦਾ ਅੰਮ੍ਰਿਤਸਰ ਦਾ ਆਪਣੀ ਬੇਟੀ ਨੂੰ ਇੱਕ ਅਕਾਲੀ ਲੀਡਰ ਤੰਗ ਪਰੇਸ਼ਾਨ ਕਰਦਾ ਸੀ ਤੇ ਉਹ ਉਹਦੇ ਕੋਲੇ ਗਿਆ, ਜਾ ਕੇ ਉਹਨੂੰ ਰੋਕਣ, ਤੇ ਉਹਨੂੰ ਉੱਥੇ ਸ਼ਰੇਆਮ ਗੋਲੀ ਮਾਰ ਕੇ ਮਾਰ ਦਿੱਤਾ ਗਿਆ ਤੇ ਉਹਦੇ ਉੱਤੇ ਨੱਚਦੇ ਰਹੇ ਨੇ। ਉਹਦੀ ਗੱਲ ਕਰਨ। ਜਿਹੜੀ ਲਾ ਐਂਡ ਸਿਕਿਉਰਿਟੀ, ਜਦੋਂ ਗੁਰੂ ਸਾਹਿਬ ਦੀ ਬੇਅਦਬੀ ਹੋਈ ਤੁਹਾਡੇ ਰਜੀਮ ਦੇ ਵਿੱਚ, ਅਕਾਲੀ ਸਰਕਾਰ, ਬੀਜੇਪੀ ਸਰਕਾਰ ਤੁਹਾਡੀ ਭਾਈਵਾਲ ਸੀ ਉਦੋਂ, ਉਹਦੀ ਗੱਲ ਕਰੋ ਤੁਸੀਂ। ਆਪਣੇ ਜਿਹੜੀਆਂ ਨਾਕਾਮੀਆਂ ਨੇ ਉਹ ਸਾਡੀ ਸਰਕਾਰ ਤੇ ਨਾ ਸਿੱਟੋ। ਸਾਡੀ ਸਰਕਾਰ 'ਚ ਬੜਾ ਵਧੀਆ ਟਨਿਓਰ ਨਿਕਲਿਆ ਹੈ ਤੇ ਅੱਗੇ ਵੀ ਜਿਹੜਾ ਸਾਡੇ ਪ੍ਰਧਾਨ ਸਾਹਿਬ ਨੇ ਨਵਜੋਤ ਸਿੰਘ ਸਿੱਧੂ ਜੀ, ਚੰਨੀ ਜੀ, ਅੱਗੇ ਦਾ ਰੋਡ ਮੈਪ ਵੀ ਦੇ ਰਹੇ ਨੇ। ਸਰਦਾਰ ਨਵਜੋਤ ਸਿੰਘ ਸਿੱਧੂ ਪੰਜਾਬ ਮਾਡਲ ਦੇ ਰਹੇ ਨੇ ਅੱਗੇ ਲਈ। ਉਹ ਧਰਮ ਦੀ, ਜਾਤ ਪਾਤ ਦੀ ਰਾਜਨੀਤੀ ਨਹੀਂ ਕਰ ਰਹੇ। ਉਹਨਾਂ ਨੇ ਪ੍ਰੋਪਰ ਕਿਸਾਨਾਂ ਲਈ ਰੋਡ ਮੈਪ ਦਿੱਤਾ ਹੈ। ਉਹਨਾਂ ਨੇ ਰੇਤ ਮਾਫੀਆ ਨੂੰ ਕਿਵੇਂ ਕੰਟਰੋਲ ਕਰਨਾ, ਉੱਥੋਂ ਇਨਕਮ ਕਿਵੇਂ ਜਨਰੇਟ ਕਰਨੀ ਹੈ, ਪੰਜਾਬ ਨੂੰ ਇੱਕ ਸਰਪਲਸ ਸੂਬਾ ਕਿਵੇਂ ਬਣਾਉਣਾ ਹੈ, ਉਹ ਰੋਡ ਮੈਪ ਦਿੱਤਾ। ਤੁਸੀਂ ਉਹ ਮੁੱਦਿਆਂ ਦੀ ਗੱਲ ਕਰੋ, ਨਾ ਕਿ ਤੁਸੀਂ ਪਿਛੋਕੜ 'ਚ ਜਾ ਕੇ ਭੰਡਣ ਦੀ ਗੱਲ ਕਰੋ। 4 ਸਾਲ 4.5 ਸਾਲ ਨਿਕਲੇ ਨੇ, ਜਿਹਦੇ ਨਾਲ 4 ਸਾਲ ਕੈਪਟਨ ਅਮਰਿੰਦਰ ਸਿੰਘ ਤੁਹਾਡੇ ਨਾਲ ਹੀ ਰਲ ਮਿਲ ਕੇ ਸਰਕਾਰ ਚਲਾਉਂਦੇ ਰਹੇ। ਨਾ ਉਹਨਾਂ ਬੇਦਬੀਆਂ ਦਾ ਮੁੱਦਾ ਹੱਲ ਕੀਤਾ, ਨਾ ਨਸ਼ਿਆਂ ਦਾ ਮੁੱਦਾ ਹੱਲ ਕੀਤਾ, ਜਿਸ ਲਈ ਉਹਨਾਂ ਨੂੰ ਕਾਂਗਰਸ ਪਾਰਟੀ ਨੂੰ ਮਜਬੂਰਨ ਬਾਹਰ ਦਾ ਰਸਤਾ ਦਿਖਾਉਣਾ ਪਿਆ, ਕਿਉਂਕਿ ਪੰਜਾਬ ਦੇ ਲੋਕਾਂ ਦੀ ਆਵਾਜ਼ ਨਹੀਂ ਸੀ ਸੁਣੀ ਜਾ ਰਹੀ। ਕੈਪਟਨ ਅਮਰਿੰਦਰ ਸਿੰਘ ਜਿਨ੍ਹਾਂ ਨੂੰ 30 ਸੈਕਿੰਡਸ ਕੰਪਲੀਟ ਕਰੋ, ਮੇਰੇ ਕੋਲ ਸਮਾਂ ਸਮਾਪਤ ਹੋ ਚੱਲਿਆ। 30 ਸੈਕਿੰਡਸ, ਫਿਰ ਮੈਂ ਉਸ ਤੋਂ ਬਾਅਦ ਬੀਜੇਪੀ ਦੇ ਬੁਲਾਰੇ ਕੋਲ ਆਉਂਗਾ। ਰਸਤਾ ਦਿਖਾਇਆ। ਸੰਧੂ ਸਾਹਿਬ ਹੁਣ ਮੇਰੀ ਗੱਲ ਸੁਣ ਲਿਓ ਪਲੀਜ਼। ਮੈਂ ਪਹਿਲਾਂ ਵੀ ਬੇਨਤੀ ਕੀਤੀ, ਆਪਾਂ ਇੱਕ ਦੂਸਰੇ ਦੀ ਡਿਸਟਰਬ ਨਾ ਕਰਿਆ ਕਰੀਏ। ਬਲਦੀਪ ਜੀ, ਮੈਂ ਪੁੱਛਣਾ ਇਹ ਚਾਹਨਾ ਗੌਰਵ ਸੰਧੂ ਸਾਹਿਬ ਨੂੰ ਕਿ ਇਸ ਸਰਕਾਰ ਦੇ ਕਾਰਜਕਰਤਾਵਾਂ ਬੇਅਦਬੀ ਨਹੀਂ ਹੋਈ? ਕੀ ਦਰਬਾਰ ਸਾਹਿਬ ਵਰਗੇ ਐਡੇ ਉੱਚ ਸਥਾਨ 'ਚ ਬੇਅਦਬੀ ਦਾ ਘਿਨਾਉਣਾ ਕਾਰਜ ਨਹੀਂ ਹੋਇਆ? ਕੀ ਉੱਥੇ ਕੋਈ ਹੁਣ ਤੱਕ ਕੋਈ ਫੜਿਆ ਗਿਆ? ਅੱਜ ਸਾਡੀ ਗੌਰਵ ਸੰਧੂ ਜੀ ਸੁਣ ਲਓ ਤੁਸੀਂ, ਮੈਂ ਪਹਿਲਾਂ ਬੇਨਤੀ ਕੀਤੀ, ਅਸੀਂ ਬੜੇ ਰਿਸਪੈਕਟੇਬਲ ਪਰਸਨ ਆ। ਹਾਂ ਬਿਲਕੁਲ ਜੀ। ਹਾਂ, ਤੁਸੀਂ ਮੈਨੂੰ ਸੰਧੂ ਸਾਹਿਬ ਗੁਰਜੀਤ ਦਾ ਜਵਾਬ ਦੇ ਦਿਓ। ਸਾਡਾ ਛੱਡ ਦਿਓ ਅਕਾਲੀ ਦਲ ਦਾ, ਆਮ ਆਦਮੀ ਪਾਰਟੀ ਦਾ, ਬੀਜੇਪੀ ਦਾ। ਤੁਸੀਂ ਰਾਣਾ ਗੁਰਜੀਤ ਦਾ ਜਵਾਬ ਦਿਓ, ਜਿਹੜੇ ਕਹਿੰਦੇ ਆ ਕਿ ਪੈਸੇ ਸੈਂਟਰ ਗਵਰਨਮੈਂਟ ਤੋਂ ਆਈ ਗ੍ਰਾਂਟ ਖੁਰਦ-ਮੁਰਦ ਹੋਗੀ, ਜਿਹੜੇ ਕਹਿੰਦੇ ਆ ਵੀ ਨਸ਼ਿਆਂ ਦਾ ਲਈ ਪਾਰਟਿਕੂਲਰ ਫਲਾਣਾ ਐਮਐਲਏ ਜ਼ਿੰਮੇਵਾਰ ਹੈ। ਤੁਸੀਂ ਉਹਨਾਂ ਦਾ ਜਵਾਬ ਦਿਓ। ਤੁਸੀਂ ਉਹਨਾਂ ਆਪਣੇ ਵਜ਼ੀਰ ਸਾਥੀਆਂ ਦਾ ਜਵਾਬ ਦਿਓ ਜਿਹੜੇ ਕਹਿ ਰਹੇ ਆ ਵੀ ਉਹ ਪੈਸਾ ਕਿੱਥੇ, ਮਾਈਨਿੰਗ ਦਾ ਪੈਸਾ ਕਿਹਦੇ ਕੋਲ ਸੀ। ਇਹ ਤੁਹਾਡੇ ਆਪਣੇ ਵਜ਼ੀਰ ਕਹਿ ਰਹੇ, ਅਸੀਂ ਨਹੀਂ ਕਹਿ ਰਹੇ। ਰਾਣਾ ਸ਼ਰਮਾ ਜੀ, ਕੈਪਟਨ ਅਮਰਿੰਦਰ ਸਿੰਘ ਜੀ, ਸੰਧੂ ਸਾਹਿਬ ਸੁਣਤਾ ਲਓ ਪਲੀਜ਼। ਸੰਧੂ ਸਾਹਿਬ ਸੁਣਤਾ। ਸੰਧੂ ਸਾਹਿਬ ਤੁਹਾਡਾ ਟਾਈਮ, ਮੈਂ ਤੁਹਾਡਾ ਜਵਾਬ ਦੇ ਰਿਹਾ ਨਾ। ਚਲੋ ਜਵਾਬ ਤੁਹਾਡੇ ਕੋਲ ਕੋ ਸਮਾਂ ਸੀਮਤ ਹੈ। ਸ਼ਰਮਾ ਜੀ ਦੇਖੋ ਸਮਾਂ ਸੀਮਤ ਹੈ। ਬੀਜੇਪੀ ਦੇ ਬੁਲਾਰੇ ਕਵਾਂ ਸੋਹੀ ਜੀ ਨੇ, ਸੋਹੀ ਜੀ ਸ਼ਰਮਾ ਜੀ ਮਾਫ ਕਰਨਾ, ਦੇਖੋ ਸਮਾਂ ਸੀਮਤ ਹੈ, ਦੇਖੋ ਸਮਾਂ ਸੀਮਤ ਹੈ। ਸੰਧੂ ਸਾਹਿਬ ਤੁਸੀਂ ਬੜੇ ਕਮਲ ਸੋਹੀ ਜੀ, ਮੈਂ ਜਾਣਨਾ ਚਾਹੁੰਦਾ ਕਿ ਠੀਕ ਹੈ, ਹੁਣ ਬੀਜੇਪੀ ਵੱਲੋਂ ਚੋਣ ਮੁਹਿੰਮ ਵਿੱਢ ਦਿੱਤੀ ਗਈ ਹੈ, ਸੀਟਾਂ ਨੂੰ ਲੈ ਕੇ ਸਹਿਮਤੀ ਬਣ ਗਈ ਹੈ ਔਰ ਸੁਰੱਖਿਆ ਦਾ ਮਸਲਾ ਬੀਜੇਪੀ ਲੈ ਕੇ ਆ ਰਹੀ ਹੈ, ਵੱਡਾ ਮਸਲਾ ਦੱਸ ਰਹੀ ਹੈ। ਇਸ ਤੋਂ ਇਲਾਵਾ ਹੋਰ ਕਿਹੜੇ ਮਸਲੇ ਹੋਣਗੇ ਜਿਨ੍ਹਾਂ ਨੂੰ ਬੀਜੇਪੀ ਪਹਿਲ ਦੇ ਆਧਾਰ ਤੇ, ਅਗਰ ਉਹਨਾਂ ਦੀ ਸਰਕਾਰ ਬਣਦੀ ਹੈ ਤਾਂ ਹੱਲ ਕਰੇਗੀ? ਮੈਂ ਜਾਣਨਾ ਚਾਹੁੰਦਾ। ਦੇਖੋ ਇਸ ਤਰ੍ਹਾਂ ਹੈ ਬਲਦੀਪ ਜੀ, ਪੰਜਾਬ ਦੇ ਵਿੱਚ ਇਸ ਵਕਤ ਮਾਫੀਆ ਰਾਜ ਹੈਗਾ। ਚਾਹੇ ਜਿਹੜਾ ਮਰਜ਼ੀ ਤੁਸੀਂ ਚੁੱਕ ਕੇ ਦੇਖ ਲਓ, ਰੇਤ ਮਾਫੀਆ, ਲਿਕਰ ਮਾਫੀਆ, ਲੈਂਡ ਮਾਫੀਆ, ਗੈਂਗਸਟਰਸ, ਟੋਟਲ ਲਾਅਲੈਸਨੈਸ ਜਿਹੜੀ ਹੈਗੀ ਪੰਜਾਬ 'ਚ ਹੈਗੀ ਹੈ। ਇਸ ਵਕਤ ਪੰਜਾਬ ਦਾ ਜਿਹੜਾ ਯੂਥ ਹੈ, ਤਕਰੀਬਨ 1 ਲੱਖ ਕਰੋੜ ਰੁਪਈਆ ਪੰਜਾਬ ਦਾ ਹਰ ਵਰੇ ਬਾਹਰ ਜਾ ਰਿਹਾ ਹੈ, ਕਿਉਂਕਿ ਉਹਨੂੰ ਇੰਪਲੋਇਮੈਂਟ ਨਹੀਂ ਮਿਲ ਸਕੀ। ਇਹਨਾਂ ਨੇ ਘਰ ਘਰ ਨੌਕਰੀ ਦਾ ਵਾਅਦਾ ਕੀਤਾ ਸੀਗਾ, ਨੌਕਰੀ ਨਹੀਂ ਦੇ ਸਕੇ। ਉਸ ਤੋਂ ਬਾਅਦ ਜਿਹੜਾ 1 ਲੱਖ ਕਰੋੜ ਦਾ ਕਿਸਾਨਾਂ ਦੇ ਉੱਪਰ ਕਰਜ਼ਾ ਸੀਗਾ, ਉਹ ਇਹਨਾਂ ਨੇ ਕੋਈ ਮਾਫ ਨਹੀਂ ਕਰ ਸਕੇ। ਇਹਨਾਂ ਨੇ ਜਿਹੜੇ ਘਰ ਘਰ ਸਮਾਰਟਫੋਨ ਵੰਡਣੇ ਸੀਗੇ ਬੱਚਿਆਂ ਨੂੰ, ਜੋ ਵੀ ਇਹਨਾਂ ਨੇ ਵਾਅਦੇ ਕੀਤੇ ਸੀਗੇ, ਆ ਟੋਟਲ ਉਹਦੇ ਵਿੱਚ ਫੇਲ ਹੋਏ ਨੇ। ਤੇ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸਣਾ ਚਾਹੁੰਦਾ, ਨੈਸ਼ਨਲ ਸਿਕਿਉਰਿਟੀ ਜਿਹੜੀ ਹੈ ਨਾ, ਇਟ ਆਲ ਡਿਪੈਂਡਸ ਔਨ ਵਾਟ ਇਜ਼ ਹੈਪਨਿੰਗ ਇਨ ਦ ਸਟੇਟ। ਸਟੇਟ ਵਲਨਰੇਬਲ ਹੋ ਜਾਂਦੀ ਹੈ ਜਦੋਂ ਸਟੇਟ 'ਚ ਲਾਅਲੈਸਨੈਸ ਹੋਏ ਨਾ, ਤੇ ਜਿਹੜੇ ਬਾਕੀ ਦੇਸ਼ ਦੇ ਵਿਰੋਧੀ ਤਾਕਤਾਂ ਨੇ ਉਹਨਾਂ ਨੂੰ ਚਾਂਸ ਮਿਲ ਜਾਂਦਾ ਹੈਗਾ ਦੇਸ਼ ਦੇ ਅੰਦਰ ਗੜਬੜੀ ਫੈਲਾਉਣ ਦਾ। ਤੇ ਜਿਹੜੀਆਂ ਸਟੇਟਾਂ ਕਮਜ਼ੋਰ ਹੋਈਆਂ ਨੇ, ਜਦੋਂ ਪੰਜਾਬ ਕਮਜ਼ੋਰ ਸੀਗਾ 84 ਦੇ ਦਹਾਕੇ 'ਚ, ਤੇ ਉਦੋਂ ਵੀ ਇਸ ਕਰਕੇ ਹੀ ਇਹ ਆਪਣੇ ਸਾਡਾ ਜਿਹੜੀਆਂ ਵਾਰਦਾਤਾਂ ਹੋਈਆਂ ਸੀ ਉਦੋਂ ਹੋਈਆਂ ਸੀਗੀਆਂ। ਇਸ ਕਰਕੇ ਪੰਜਾਬ ਇਜ਼ ਅ ਫਿਟ ਕੇਸ ਕਿ ਹੁਣ ਬਦਲਾਵ ਚਾਹੀਦਾ ਹੈਗਾ। ਤੇ ਬਦਲਾਵ ਉਹ ਚਾਹੀਦਾ ਜਿਹੜੀ ਪਾਰਟੀ ਡਿਸਾਈਸਿਵ ਗਵਰਨਮੈਂਟ, ਸਟੇਬਲ ਗਵਰਨਮੈਂਟ ਦੇ ਸਕੇ, ਜਿਹੜੀ ਗਵਰਨਮੈਂਟ ਆਪਣੇ ਨਾਗਰਿਕਾਂ ਨੂੰ ਇੱਕ ਸੁਰੱਖਿਆ ਦੀ ਭਾਵਨਾ ਦੇ ਸਕੇ, ਜਿਹੜੀ ਗਵਰਨਮੈਂਟ ਆਪਣੇ ਨਾਗਰਿਕਾਂ ਨੂੰ ਇੱਕ ਜਿਹੜਾ ਅਸੀਂ ਸੈਕੂਲਰਿਜ਼ਮ, ਅਸੀਂ ਹਿੰਦੂ। ਚਲੋ ਠੀਕ ਹੈ ਸੋਹੀ ਸਾਹਿਬ, ਮੇਰਾ ਲਾਸਟ ਸਵਾਲ ਪੀਐਲਸੀ ਔਰ ਤੁਹਾਨੂੰ ਦੋਨਾਂ ਨੂੰ ਹੈ, ਨਹੀਂ ਕੀਤੀਆਂ ਜਾਣਗੀਆਂ। ਠੀਕ ਹੈ ਸੋਹੀ ਸਾਹਿਬ, ਮੇਰਾ ਲਾਸਟ ਸਵਾਲ ਹੈ ਜਿਹੜਾ ਜਗਮੋਹਨ ਜੀ ਨੂੰ ਹੈ, ਪੰਜਾਬ ਲੋਕ ਕਾਂਗਰਸ ਤੋਂ, ਔਰ ਤੁਹਾਨੂੰ ਵੀ ਹੈ। ਕਿਹੜਾ ਯੂਨਾਈਟਿਡਲੀ ਕਿਹੜਾ ਚਿਹਰਾ ਤੁਸੀਂ ਸੀਐਮ ਦੇ ਚਿਹਰਾ ਜਿਹੜਾ ਸਾਹਮਣੇ ਲੈ ਕੇ ਆਓਗੇ? ਕੈਪਟਨ ਅਮਰਿੰਦਰ ਸਿੰਘ ਹੀ ਹੋਣਗੇ ਪਾਰਟੀ ਦਾ ਚਿਹਰਾ? ਦੇਖੋ ਸਾਡੀ ਜਿਹੜਾ ਪਾਰਲੀਮੈਂਟ ਜਿਹੜਾ ਹੈਗਾ ਡਿਸਾਈਡ ਕਰਦਾ ਹੈ
ਜਦੋਂ ਵੀ ਇਹ ਤਾਂ- ਪਾਰਲੀਮੈਂਟ ਬੋਰਡ ਡਿਸਾਈਡ ਕਰੇਗਾ, ਚਿਹਰਾ ਤੁਹਾਡਾ ਸਾਹਮਣੇ, ਸਾਰਿਆਂ ਦੇ ਸਾਹਮਣੇ ਆਊਗਾ। ਚਲੋ ਠੀਕ ਹੈ, ਜਗਮੋਹਨ ਜੀ ਤੁਹਾਡਾ ਰਿਐਕਸ਼ਨ ਇਸ ਦੇ ਉੱਪਰ, ਜਗਮੋਹਨ ਜੀ ਤੁਹਾਡਾ ਰਿਐਕਸ਼ਨ ਇਸ ਦੇ ਉੱਪਰ। ਇਸ ਦਾ ਉੱਤਰ ਤਾਂ ਮੇਰੇ ਸਾਥੀ ਨੇ ਦੇ ਦਿੱਤਾ ਹੈ, ਪਰ ਮੈਂ ਇਹ ਸਮਝਦਾ ਹਾਂ ਕਿ ਜਿਹੜਾ ਇਹ ਸਾਡਾ ਗਠਬੰਧਨ ਹੈ, ਇਹ 3-4 ਚੀਜ਼ਾਂ ਦੇ ਉੱਤੇ ਇਹਦਾ ਵਿਸ਼ੇਸ਼ ਫੋਕਸ ਰਹੇਗਾ ਅਗਲੇ 5 ਸਾਲਾਂ ਦੇ ਵਿੱਚ। ਇੱਕ ਤਾਂ ਜਿਹੜੀ ਐਗਰੀਕਲਚਰ ਦੀ ਡਾਈਵਰਸਿਫਿਕੇਸ਼ਨ ਦੇ ਉੱਤੇ, ਐਗਰੀਕਲਚਰ ਲੋਨ ਜਿਹੜੇ ਆ ਬਚ ਗਏ ਆ। ਵੈਸੇ ਤਾਂ 5000 ਕਰੋੜ ਜਿਹੜਾ ਹੈ ਲੋਨ ਜਿਹੜਾ ਹੈ ਵੇਵ ਆਫ ਕਰ ਦਿੱਤਾ ਗਿਆ ਹੈ 6.25 ਲੱਖ ਫਾਰਮਰਸ ਨੂੰ, ਪਰ ਉਹ 2 ਲੱਖ ਦੀ ਸੀਮਾ ਤੱਕ ਸੀ ਔਰ 5 ਏਕੜ ਤੱਕ ਦੇ ਲੋਕਾਂ ਤੱਕ ਸੀ। ਕੁਝ ਬੇਜ਼ਮੀਨੇ ਲੋਕ ਜਿਹੜੇ ਸੀਗੇ ਲੋਕ, ਉਹਨਾਂ ਦਾ ਵੀ ਜਿਹੜਾ ਹੈ ਲੋਨ ਮਾਫ ਕੀਤਾ ਗਿਆ ਹੈ। ਔਰ ਇੱਕ ਤਾਂ ਅਸੀਂ ਜਿਹੜਾ ਹੈ ਲੋਨ ਵੇਵ ਆਫ ਦੇ ਉੱਤੇ ਫੋਕਸ ਕਰਾਂਗੇ, ਇੱਕ ਜਿਹੜੀ ਹੈ ਫਾਰਮਿੰਗ ਦੀ ਡਾਈਵਰਸਿਫਿਕੇਸ਼ਨ ਦੇ ਉੱਤੇ, ਇੱਕ MSP ਦੇ ਉੱਤੇ, ਔਰ ਦੂਸਰਾ ਜਿਹੜਾ ਹੈ ਪੰਜਾਬ ਦਾ ਜਿਹੜਾ ਯੂਥ ਹੈ, ਇਹਦੇ ਵਿੱਚ ਅਸੀਂ 6 ਜਿਹੜੇ ਅਸੀਂ ਰੁਜ਼ਗਾਰ ਮੇਲੇ ਲਾਏ ਸੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਦੇ ਵਿੱਚ, ਜਿਹਦੇ ਵਿੱਚ 2.25 ਲੱਖ ਲੋਕਾਂ ਨੂੰ ਰੁਜ਼ਗਾਰ ਦੇ ਮੌਕੇ ਮੁਹੱਈਆ ਕਰਵਾਏ ਸੀ। ਫਿਰ ਵੀ ਪੰਜਾਬ ਦੇ ਲੋਕਾਂ ਨੂੰ ਹੋਰ ਜਿਹੜਾ ਹੈ ਮੁਹੱਈਆ ਕਰਵਾਉਣ ਦੇ ਲਈ ਜਿਹੜਾ ਹੈਗਾ ਅਗਲੇ 5 ਸਾਲਾਂ ਦੇ ਵਿੱਚ ਯਤਨ ਕੀਤਾ ਜਾਏਗਾ। ਔਰ ਖਾਸ ਤੌਰ ਦੇ ਉੱਤੇ ਜਿਹੜੀ ਐਗਰੋ ਪ੍ਰੋਸੈਸਿੰਗ ਇੰਡਸਟਰੀ ਆ, ਉਸ ਦੇ ਉੱਤੇ ਵੀ ਫੋਕਸ ਰਹੇਗਾ, ਤਾਂ ਕਿ ਸਾਡਾ ਜਿਹੜਾ ਐਗਰੀਕਲਚਰ ਪ੍ਰੋਡਕਟ ਹੈਗਾ ਉਸ ਨੂੰ ਇੰਡਸਟਰੀ ਦੇ ਵਿੱਚ ਪ੍ਰੋਸੈਸ ਕਰਕੇ ਉਹਦੇ ਵਿੱਚੋਂ ਇੰਪਲੋਇਮੈਂਟ ਵੀ ਨਿਕਲੇਗੀ ਤੇ ਉਹਦੇ ਵਿੱਚੋਂ ਸਾਡਾ ਜਿਹੜਾ ਹੈਗਾ ਟ੍ਰੇਡ ਜਿਹੜਾ ਹੈ ਉਹ ਵੀ ਨਿਕਲੇਗਾ। ਤੋਂ ਇਸ ਤਰੀਕੇ ਨਾਲ ਜਿਵੇਂ ਠੀਕ ਹੈ ਜਗਮੋਹਨ ਜੀ, ਸ਼ੁਕਰੀਆ ਬਹੁਤ ਬਹੁਤ। ਮੇਰੇ ਕੋਲ ਸਮਾਂ ਸਮਾਪਤ ਹੋ ਚੱਲਿਆ। ਆਮ ਆਦਮੀ ਪਾਰਟੀ ਤੋਂ ਰਵਿੰਦਰ ਸਿੰਘ ਜੁੜੇ, ਬੀਜੇਪੀ ਤੋਂ ਕਮਲ ਸੋਈ, ਸ਼੍ਰੋਮਣੀ ਅਕਾਲੀ ਦਲ ਤੋਂ ਕ੍ਰਿਸ਼ਨਪਾਲ ਸ਼ਰਮਾ, ਪੰਜਾਬ ਲੋਕ ਕਾਂਗਰਸ ਤੋਂ ਜਗਮੋਹਨ ਸਿੰਘ ਜੀ ਜੁੜੇ ਔਰ ਕਾਂਗਰਸ ਤੋਂ ਗੌਰਵ ਸੰਧੂ ਜੀ ਜੁੜੇ। तमाम ਮਹਿਮਾਨਾਂ ਦਾ ਬਹੁਤ ਬਹੁਤ ਧੰਨਵਾਦ। ਸੋ ਗੱਲਬਾਤ ਕਰ ਰਹੇ ਸੀ ਕਿ ਜੋ ਬੀਜੇਪੀ ਦੇ ਵੱਲੋਂ ਅੱਜ ਫਾਈਨਲ ਫਾਰਮੂਲਾ ਦਿੱਤਾ ਗਿਆ ਪੰਜਾਬ 2022 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ, ਔਰ ਉਸ ਦੇ ਵਿੱਚ ਜੇਪੀ ਨੱਡਾ ਜੋ ਕਿ ਕੌਮੀ ਪ੍ਰਧਾਨ ਨੇ ਬੀਜੇਪੀ ਦੇ, ਉਹਨਾਂ ਨੇ ਸੁਰੱਖਿਆ ਦਾ ਮਸਲਾ ਜਿਹੜਾ ਉਹ ਅਹਿਮ ਦੱਸਿਆ, ਕਿਉਂਕਿ ਪੰਜਾਬ ਬਾਰਡਰ ਸਟੇਟ ਹੈ ਔਰ ਬਾਰਡਰ ਸਟੇਟ ਦੇ ਹੋਣ ਦੇ ਚਲਦੇ ਸੁਰੱਖਿਆ ਦਾ ਮਸਲਾ ਹਮੇਸ਼ਾ ਹੀ ਪੰਜਾਬ ਦੇ ਵਿੱਚ ਅਹਿਮ ਰਹਿੰਦਾ ਹੈ। ਔਰ ਹੁਣ ਵੀ ਕਹਿ ਰਹੇ ਨੇ ਕਿ ਸੂਬਾ ਸਰਕਾਰ ਹੈ ਜਿਹੜੀ ਉਹ ਨਾਕਾਮ ਰਹੀ ਹੈ, ਜਿਸ ਦੇ ਕਰਕੇ ਪੰਜਾਬ ਨੂੰ ਇੱਕ ਸਥਿਰ ਸਟੇਬਲ ਸਰਕਾਰ ਹੈ, ਜਿਹੜੀ ਮਜ਼ਬੂਤ ਸਰਕਾਰ ਹੈ ਉਹ ਚਾਹੀਦੀ ਹੈ। ਔਰ ਅਗਰ ਪੰਜਾਬ ਸੁਰੱਖਿਅਤ ਰਹੇਗਾ, ਪੰਜਾਬ ਸਟੇਬਲ ਰਹੇਗਾ ਤਾਂ ਪੂਰਾ ਦੇਸ਼ ਸਟੇਬਲ ਰਹੇਗਾ। ਜੀਓਪੋਲਿਟਿਕਸ ਜਿਹੜੀ ਹੈ ਉਹ ਪੰਜਾਬ ਖਿੱਤੇ ਨਾਲ ਬਹੁਤ ਅਹਿਮ ਜੁੜੀ ਹੋਈ ਹੈ। ਇਹ ਗੱਲ ਕਦੇ ਵੀ ਲੁਕੀ ਛਿਪੀ ਨਹੀਂ ਰਹੀ। ਜੀਓਪੋਲਿਟਿਕਸ ਦਾ ਬੜਾ ਅਹਿਮ ਕੇਂਦਰ ਬਿੰਦੂ ਰਿਹਾ ਪੰਜਾਬ, ਔਰ ਉਸੇ ਨੂੰ ਲੈ ਕੇ ਜਗਤ ਪ੍ਰਕਾਸ਼ ਨੱਡਾ ਉਹਨਾਂ ਨੇ ਇਹ ਗੱਲਬਾਤ ਕੀਤੀ ਹੈ। ਖੈਰ ਫਿਲਹਾਲ ਪੰਜਾਬ ਵਿਸ਼ੇਸ਼ ਡਿਬੇਟ, ਪੰਜਾਬ ਡਿਬੇਟ ਦੇ ਵਿੱਚ ਇੰਨਾ ਹੀ। ਮੈਨੂੰ ਬਲਦੀਪ ਸਿੰਘ ਨੂੰ ਦੇ ਇਜਾਜ਼ਤ ਤੇ ਜੁੜੇ ਰਹੋ ਇੰਡੀਆ ਨਿਊਜ਼ ਪੰਜਾਬ ਦੇ ਨਾਲ।